ਹੈਲੋ एवरीवन ਵੈਲਕਮ ਟੂ ਬਲਵਿੰਦਰ ਲਾਈਵ YouTube ਚੈਨਲ। ਅੱਜ ਅਸੀਂ ਡਿਸਕਸ ਕਰਾਂਗੇ ਪੀਪੀਐਸਸੀ ਨਾਇਬ ਤਹਿਸੀਲਦਾਰ 2022 ਦੇ ਪੇਪਰ ਬਾਰੇ। ਇਸ ਪੇਪਰ ਵਿੱਚ ਟੋਟਲ 16 ਕੁਐਸਚਨ ਰੀਜ਼ਨਿੰਗ ਦੇ ਆਏ ਸੀ ਔਰ ਜਿਹਦੇ ਬਾਕੀ ਕੁਐਸਚਨ ਸੀ ਮੈਥ ਦੇ ਔਰ ਜੀਕੇ ਦੇ ਸੀ ਉਹ ਆਪਾਂ ਬਾਅਦ ਵਿੱਚ ਐਨਾਲਿਸਿਸ ਕਰਾਂਗੇ ਉਹਨਾਂ ਦਾ ਵੀ। ਬਟ ਹੁਣ ਸਿਰਫ ਮੈਂ ਰੀਜ਼ਨਿੰਗ ਦੇ ਪ੍ਰੋਪਰ 16 ਕੁਐਸਚਨਾਂ ਦਾ ਕਰੈਕਟ ਆਨਸਰ ਕੀ ਐਂਡ ਨਾਲ ਦੀ ਨਾਲ ਉਹਨਾਂ ਦਾ ਪ੍ਰੋਪਰ ਸੋਲੂਸ਼ਨ ਕੀ ਹੋ ਸਕਦਾ ਉਹ ਸਾਰਾ ਕੁਝ ਆਪਾਂ ਇਸ ਵੀਡੀਓ ਦੇ ਅੰਦਰ ਡਿਸਕਸ ਕਰਾਂਗੇ। ਸਟਾਰਟ ਕਰਨ ਤੋਂ ਪਹਿਲਾਂ ਅਗਰ ਕੋਈ ਵੀ ਸਟੂਡੈਂਟ ਇਸ ਚੈਨਲ ਬਾਰੇ ਨਹੀਂ ਜਾਣਦਾ ਤਾਂ ਇਹਨੂੰ ਸਬਸਕ੍ਰਾइब कर ले और ये एक मेरा व्हाट्सअप नंबर है ਇਹਨੂੰ सेव कर ले। अगर कोई भी फ्यूचर ਵਿੱਚ पेपर देना चाहता ਤਾਂ यहाँ ਇੱਥੇ WhatsApp करके कोई भी जानकारी ले सकते हो फ्री ਵਿੱਚ आप ਤੁਹਾਨੂੰ ਸਾਰੀ ਦੀ ਸਾਰੀ यहाँ पे हेल्प जो है वो मिल जाएगी। ਇਸ ਤੋਂ ਇਲਾਵਾ ਅਗਰ ਮੈਂ ਗੱਲ ਕਰਾਂ ਟੈਲੀਗ੍ਰਾਮ ਦੀ ਤਾਂ ਤੁਸੀਂ ਮੈਨੂੰ ਟੈਲੀਗ੍ਰਾਮ के ऊपर ज्वाइन कर सकते हो। ਟੈਲੀਗ੍ਰਾਮ ਦੇ ਉੱਪਰ ज्वाइन ਕਰਨ ਦਾ ਬੈਨੀਫਿਟ ਇਹ ਰਹੂਗਾ ਕਿ ਕੋਈ ਨਾ ਕੋਈ ਮੇਰੀ ਫ੍ਰੀ ਕਲਾਸ ਹੁੰਦੀ ਹੈ ਜਾਂ ਫਿਰ ਕੋਈ ਮੇਰੀ PDF ਹੈ ਜਿਹੜੀ ਕਿ ਤੁਹਾਡੇ ਲਈ ਇੰਪੋਰਟੈਂਟ ਹੈ ਉਹ ਸਾਰੀ ਦੀ ਸਾਰੀ ਮਟੀਰੀਅਲ ਕੰਟੈਂਟ ਇੱਥੇ ਸੈਂਡ ਕੀਤਾ ਜਾਂਦਾ। ਤੁਸੀਂ ਇਹਨੂੰ ਫੋਲੋ ਕਰਕੇ ਉਹ ਕੰਟੈਂਟ ਸਾਰਾ ਦਾ ਸਾਰਾ ਲੈ ਸਕਦੇ ਹੋ ਫ੍ਰੀ ਆਫ ਕਾਸਟ। ਠੀਕ ਹੈ। ਰਾਈਟ ਨਾਓ ਮੇਰੀ 8 ਵਜੇ ਫ੍ਰੀ ਕਲਾਸ ਹੁੰਦੀ ਹੈ ਡੇਲੀ ਬੇਸਿਸ ਦੇ ਉੱਤੇ ਜਿੱਥੇ ਮੈਂ ਅਰਥਮੈਟਿਕ ਪੜ੍ਹਾ ਰਿਹਾ CAPF ਦੇ ਲਈ। ਤਾਂ ਤੁਸੀਂ ਉਹਨੂੰ CAPF ਵਾਲੀ ਕਲਾਸ ਨੂੰ ਜਰੂਰ ज्वाइन कर सकते हो अगर ਤੁਸੀਂ ਫਿਊਚਰ ਲਈ ਅਰਥਮੈਟਿਕ ਸਿੱਖਣਾ ਚਾਹੁੰਦੇ ਹੋ ਤਾਂ। ठीक है। तो स्टार्ट करते हैं ਅੱਜ ਦੀ ਕਲਾਸ ਦਾ ਪਹਿਲਾ ਕੁਐਸਚਨ। वन डे वर्कशॉप ਸਟਾਰਟ ਕਰਨ ਤੋਂ ਪਹਿਲਾਂ ਇੱਕ ਚੀਜ਼ ਮੈਂ ਗੱਲ ਦੱਸ ਦਵਾਂ। ਕੁਝ ਬੱਚਿਆਂ ਦਾ ਇਹ ਰੀਜ਼ਨ ਹੋ ਸਕਦਾ ਕੋਈ ਸਟੂਡੈਂਟ ਸੋਚੇ ਕਿ ਇਹ ਪੇਪਰ ਪੰਜਾਬੀ ਵਿੱਚ ਨਹੀਂ ਹੈ ਤਾਂ ਜਿਹੜਾ 2022 ਦਾ ਪੇਪਰ ਹੋਇਆ ਹੈ ਹੁਣ ਇਸ ਵਿੱਚ ਪੰਜਾਬੀ ਹੀ ਨਹੀਂ ਆਈ थी। ठीक है। ਪੰਜਾਬੀ ਆਈ ਨਹੀਂ ਪੇਪਰ ਵਿੱਚ ਇਸ ਲਈ ਕੁਝ ਬੱਚਿਆਂ ਨੇ ਇਹਦਾ ਮੁੱਦਾ ਵੀ ਚੱਕਿਆ ਹੈ ਕਾਨੂੰਨੀ ਤੌਰ ਤੇ ਵੀ ਉਹ ਮੁੱਦੇ ਨੂੰ ਚੱਕ ਸਕਦੇ ਨੇ। ਠੀਕ ਹੈ। ਉਹ ਚੈਲੰਜ ਕਰ ਸਕਦੇ ਨੇ ਕਿ ਪੰਜਾਬ ਦਾ ਪੇਪਰ ਆ ਪੰਜਾਬੀ ਵਿੱਚ ਹੋਣਾ ਲਾਜ਼ਮੀ ਹੈ ਜ਼ਰੂਰੀ ਹੈ ਕਿਉਂਕਿ ਇਹਦਾ ਕੋਈ ਨੋਟੀਫਿਕੇਸ਼ਨ ਆਫੀਸ਼ੀਅਲੀ ਕਿਸੇ ਨੇ ਵੀ ਨਹੀਂ ਦਿੱਤਾ ਗਿਆ ਨਾ ਹੀ ਕਿਸੇ ਨੂੰ ਪਤਾ ਲੱਗਿਆ। ਸਿਰਫ ਬੱਚਿਆਂ ਨੂੰ ਪੇਪਰ ਵਿੱਚ ਜਾ ਕੇ ਸਰਪ੍ਰਾਈਜ਼ ਮਿਲਿਆ ਕਿ ਪੰਜਾਬੀ ਵਿੱਚ ਪੇਪਰ ਹੀ ਹੈ ਨਹੀਂ। ਠੀਕ ਹੈ। ਹੋ ਸਕਦਾ ਹੈ ਕਿ ਉਹ ਪੇਪਰ ਨੂੰ ਕੈਂਸਲ ਆਊਟ ਕਰਕੇ ਦੁਬਾਰਾ ਵੀ ਲੈ ਸਕਦਾ ਬਟ ਇਹ ਕੋਈ ਕਨਫਰਮ ਨਹੀਂ ਹੈ ਕਿਉਂਕਿ ਇਹ ਅਫਵਾਹਾਂ ਉੜਦੀਆਂ ਰਹਿਣੀਆਂ ਨੇ। ਅਗਰ ਮੇਰੇ ਨਾਲ ਪਰਸਨਲੀ ਪੁੱਛੋਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਪੇਪਰ ਦੁਬਾਰਾ ਹੋਊਗਾ। ਠੀਕ ਹੈ। ਕਿਉਂਕਿ ਨਾਇਬ ਤਹਿਸੀਲਦਾਰ ਦੀ ਪੋਸਟ ਲਈ ਆਪਾਂ ਨੂੰ ਇੰਗਲਿਸ਼ ਆਣੀ ਥੋੜੀ ਬਹੁਤ ਹੀ ਜ਼ਰੂਰੀ ਹੈ। ਉਹ ਗੱਲ ਵੱਖਰੀ ਹੈ ਕਿ ਪੰਜਾਬ ਦਾ ਪੇਪਰ ਹੈ ਪੰਜਾਬੀ ਆਉਣੀ ਜ਼ਰੂਰੀ ਸੀ ਬਟ ਉਹ ਨਹੀਂ ਆਈ ਤਾਂ ਉਹਦੇ ਕਰਕੇ ਚੈਲੰਜ ਜ਼ਰੂਰ ਕੀਤਾ ਜਾ ਸਕਦਾ ਕੁਝ ਸਟੂਡੈਂਟ ਦੇ ਥਰੂ ਤੇ ਅਪਡੇਟਡ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਦੱਸ ਰਿਹਾ। ਤਾਂ ਸਟਾਰਟ ਕਰਦੇ ਹਾਂ ਅੱਜ ਦਾ ਪੇਪਰ ਇਹਦਾ ਪਹਿਲਾ ਕੁਐਸਚਨ। In a one-day workshop, the following 5 research are invited: JH, GH, JKL. Each of the researcher will deliver a lecture of 1 hour. 1 ਘੰਟੇ ਦਾ ਲੈਕਚਰ ਹੋਗਾ। 5 ਪਰਸਨ ਨੇ ਆਪਣੇ ਕੋਲੇ ਇਹਨਾਂ ਨੂੰ ਲੈਕਚਰ ਦੇਣਾ। ਠੀਕ ਹੈ। ਇਹਨਾਂ ਨੇ ਲੈਕਚਰ ਦੇਣਾ ਤਾਂ ਜਦੋਂ ਵੀ ਇਦਾਂ ਦਾ ਕੁਐਸਚਨ ਆਊਗਾ ਪੂਰੀ ਦੀ ਪੂਰੀ ਲੈਂਗੁਏਜ ਪੜ੍ਹਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਇਹ ਹਮੇਸ਼ਾ ਇਹ ਲਿਖਿਆ ਹੀ ਹੁੰਦਾ ਕਿ ਪਹਿਲੇ ਨੰਬਰ ਤੇ ਜੀ ਨਹੀਂ ਹੋਊਗਾ ਦੂਸਰੇ ਨੰਬਰ ਤੇ ਐਚ ਨਹੀਂ। ਇਹਨੂੰ ਪੜ੍ਹਨ ਦੀ ਜ਼ਰੂਰਤ ਨਹੀਂ ਹੈ। ਸਿੱਧਾ ਕੁਐਸਚਨ ਨੂੰ ਆਪਾਂ ਸਟਾਰਟ ਕਰਾਂਗੇ ਕੰਡੀਸ਼ਨ ਤੋਂ। ਠੀਕ ਹੈ। ਪਹਿਲਾਂ ਆਪਾਂ ਦੇਖ ਲਿਆ 5 ਪਰਸਨ ਨੇ ਤੇ 1 ਘੰਟੇ ਦਾ ਲੈਕਚਰ ਹੋਣਾ ਗੱਲ ਖਤਮ ਤੇ ਸਿੱਧਾ ਕੰਡੀਸ਼ਨ ਤੇ ਆ ਜਾਾਂਗੇ ਕੰਡੀਸ਼ਨ ਕੀ ਦੇ ਰੱਖੀਆਂ ਨੇ। ਕੰਡੀਸ਼ਨ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਇਹਨੂੰ ਡਾਇਗਰਾਮ ਵਾਈਜ਼ ਬਣਾ ਲੈਂਦੇ ਆ ਜਿਵੇਂ 1 2 3 4 5 ਇਹ 5 ਘੰਟੇ ਆਪਾਂ ਸਟਾਰਟਿੰਗ ਵਾਲੇ ਬਣਾ ਲਏ। ਠੀਕ ਹੈ। उन्होंने लिखा है कि एच जो है वो साडे कोले पहले 3 ਲੈਕਚਰਾਂ ਦੇ ਉੱਪਰ ਆਣਾ ਹੀ ਨਹੀਂ ਉਹਨੇ। एच जो हैगा वो 3 ਲੈਕਚਰਾਂ ਚ ਨਹੀਂ ਆਊਗਾ ਉੱਪਰ ਵਾਲੇ ਚ ਤੇ एच ਮੇਰੇ ਕੋਲੇ ਇੱਥੇ ਵੀ ਹੋ ਸਕਦਾ एच ਮੇਰੇ ਕੋਲੇ ਇੱਥੇ ਵੀ ਹੋ ਸਕਦਾ। ਦੋ ਕੰਡੀਸ਼ਨ ਹੋ ਗਈ ਆਪਣੇ ਕੋਲ। ਉਸ ਤੋਂ ਬਾਅਦ ਲਿਖਿਆ ਹੋਇਆ L ਜੋ ਹੈਗਾ ਉਹਦਾ ਲੈਕਚਰ ਹੋਊਗਾ L ਮਸਟ ਟੇਕ ਦਾ ਲੈਕਚਰ ਇਨ ਐਨੀ ਆਫ ਦਾ ਆਰ ਬਿਫੋਰ ਦਾ H। H ਤੋਂ ਪਹਿਲਾਂ ਕਿਤੇ ਵੀ L ਹੋ ਸਕਦਾ। अगर H तो पहला किते भी L हो सकता ਇਹਦਾ मतलब अगर मैं पहली कंडीशन लेकर चलना। ठीक है ना। अब कंडीशਨਾਂ ਦੇ ਹਿਸਾਬ ਨਾਲ ਚੱਲਾਂਗੇ ਤਾਂ ਹੀ ਕੁਐਸਚਨ ਸੋਲਵ ਹੋਊਗਾ ਨਹੀਂ ਤਾਂ ਨਹੀਂ ਹੋਊਗਾ। ਸਾਡੇ ਕੋਲੇ L ਇੱਥੇ ਕਿਤੇ ਵੀ ਆ ਸਕਦਾ ਅਗਰ ਪਹਿਲੀ ਕੰਡੀਸ਼ਨ ਹੈ ਕਿਉਂਕਿ ਚੌਥੇ ਨੰਬਰ ਤੇ ਆਪਣੇ ਕੋਲੇ H ਹੈ H ਤੋਂ ਉੱਪਰ ਹੋਊਗਾ। अगर मैं इधर वाली कंडीशन ਨੂੰ ਲੈ ਕੇ ਚਲਾ ਸੈਕੰਡ ਕੰਡੀਸ਼ਨ ਨੂੰ ਤਾਂ इधर ਮੇਰੇ ਕੋਲੇ L ਜੋ ਹੋਊਗਾ ਪਹਿਲੇ 4 ਪੋਜੀਸ਼ਨ ਤੇ ਆ ਸਕਦਾ। ਠੀਕ ਹੈ। ਅੱਗੇ ਲਿਖਿਆ ਹੋਇਆ ਆਪਣੇ ਕੋਲੇ यहाँ ਇੱਥੇ J must take the lecture in any of the R before the lecture of the G। ਜੀ ਤੋਂ ਪਹਿਲਾਂ ਆਂਦਾ ਆਪਣੇ ਕੋਲੇ ਜੇ ਤਾਂ ਆਪਾਂ ਸਾਈਡ ਤੇ ਲਿਖ ਲੈਨੇ ਇਹਨੂੰ। ਠੀਕ ਹੈ। ਕਿਉਂਕਿ ਆਪਾਂ ਨੂੰ ਨਹੀਂ ਪਤਾ ਕਿੱਥੇ ਫਿਕਸ ਹੋ ਸਕਦੀ ਹੈ ਕੰਡੀਸ਼ਨ। ਉਸ ਤੋਂ ਅੱਗੇ ਲਿਖਿਆ ਹੋਇਆ ਜੀ ਮਸਟ ਟੇਕ ਦਾ ਲੈਕਚਰ ਇਨ ਐਨੀ ਆਫ ਦਾ ਆਰ ਬਿਫੋਰ ਦਾ ਲੈਕਚਰ ਆਫ ਕੇ। ਜੋ ਜਿਹੜਾ ਜੀ ਹੈਗਾ ਉਹ ਕੇ ਤੋਂ ਵੀ ਪਹਿਲਾਂ ਹੈਗਾ। ਜਿਹੜਾ ਜੀ ਹੈਗਾ ਉਹ ਕੇ ਤੋਂ ਵੀ ਪਹਿਲਾਂ ਹੈਗਾ। ਇਹ ਕੰਡੀਸ਼ਨ ਆਪਣੇ ਕੋਲੇ ਇੱਥੇ ਫੁੱਲ ਫਲਿਜ ਹੋ ਚੁੱਕੀ ਹੈ। ਠੀਕ ਹੈ। ਅਗਰ ਮੈਂ ਇਹਦੀ ਕੰਡੀਸ਼ਨ ਦੀ ਗੱਲ ਕਰਾਂ ਤਾਂ ਸਾਰੇ ਸਟੂਡੈਂਟ ਇੱਕ ਵਾਰ ਇਸ ਨੂੰ ਧਿਆਨ ਨਾਲ ਸਮਝਣ ਦੀ ਪ੍ਰੋਪਰਲੀ ਕੋਸ਼ਿਸ਼ ਕਰਨਾ ਤਾਂ ਹੀ ਤੁਹਾਨੂੰ ਇਹ ਕੁਐਸਚਨ ਪ੍ਰੋਪਰਲੀ ਸਮਝ ਆਊਗਾ ਨਹੀਂ ਤਾਂ ਫਿਰ ਇਹ ਹੋ ਸਕਦਾ ਕਿ ਤੁਸੀਂ ਇਹਨੂੰ ਵਿੱਚ ਵਿਚਾਲੇ ਇਸ ਨੂੰ ਛੱਡ ਦਿਓ ਫਿਰ ਪੇਪਰ ਵਿੱਚ ਕਨਫਿਊਜ਼ਨ ਹੋ ਜਾਏ। ਠੀਕ ਹੈ। ਫਿਰ ਮੈਂ ਤੁਹਾਨੂੰ ਬਾਅਦ ਚ ਦੱਸੂਗਾ ਕਿ ਇਹ ਕੁਐਸਚਨ ਪੇਪਰ ਚ ਕਰਨ ਵਾਲਾ ਸੀ ਜਾਂ ਨਹੀਂ ਸੀ। ਠੀਕ ਹੈ। ਤਾਂ ਇੱਕ ਚੀਜ਼ ਆਪਾਂ ਨੂੰ ਇੱਥੋਂ ਇਹ ਸਿੱਖਣੀ ਹੈ ਕਿ ਇੱਥੋਂ ਜੇ ਜੀ ਕੇ ਹੁਣ ਅਗਰ ਮੈਂ ਤਿੰਨਾਂ ਦੀ ਗੱਲ ਕਰਾਂ ਦੇਖੋ ਇੱਥੋਂ ਇੱਕ ਚੀਜ਼ ਨੂੰ ਪ੍ਰੋਪਰਲੀ ਧਿਆਨ ਨਾਲ ਸਿੱਖੋ। ਇੱਥੇ ਬਿਫੋਰ ਲਿਖਿਆ ਹੋਇਆ ਆਪਾਂ ਨੂੰ ਦਿਖ ਰਿਹਾ ਬਟ ਇਮੀਡੀਏਟਲੀ ਬਿਫੋਰ ਕਿਤੇ ਵੀ ਨਹੀਂ ਲਿਖਿਆ ਹੋਊਗਾ। ਠੀਕ ਹੈ।
ਇਮੀਡੀਏਟਲੀ ਬਿਫੋਰ ਦਾ ਮਤਲਬ ਹੁੰਦਾ ਜਿਵੇਂ ਜੇ ਹੈ ਬਿਲਕੁਲ ਉਹਦੇ ਜੀ ਦੇ ਬਿਲਕੁਲ ਉੱਪਰ ਬੈਠਾ ਹੋਇਆ ਉਹ, ਐਦਾਂ ਨਹੀਂ ਕਿ ਇਹਦੇ ਵਿੱਚ ਕੋਈ ਨਾ ਕੋਈ ਪਰਸਨ ਬੈਠਾ ਹੋਇਆ। ਇਮੀਡੀਏਟਲੀ, ਇੱਥੇ ਇਮੀਡੀਏਟਲੀ ਨਹੀਂ ਲਿਖਿਆ ਹੋਇਆ, ਇਹਦਾ ਮਤਲਬ ਇਹਨਾਂ ਵਿੱਚ ਕੋਈ ਨਾ ਕੋਈ ਪਰਸਨ ਬਿਠਾ ਆਪਾਂ ਸਕਦੇ ਹਾਂ। ਠੀਕ ਹੈ, ਤਾਂ ਆਪਾਂ ਅਗਰ ਗੱਲ ਕਰੀਏ ਤਾਂ ਆਪਣੇ ਕੋਲੇ ਪਹਿਲੀ ਕੰਡੀਸ਼ਨ ਵੀ ਫੁੱਲਫਿਲ ਹੋ ਰਹੀ ਹੈ, ਦੂਜੀ ਵੀ ਫੁੱਲਫਿਲ ਹੋ ਰਹੀ ਹੈ, ਅਗਰ ਮੈਂ ਇਹਨਾਂ ਤਿੰਨਾਂ ਨੂੰ ਉਠਾ ਕੇ ਇੱਥੇ ਰੱਖ ਦਵਾਂ। ਠੀਕ ਹੈ, ਹੁਣ ਆਪਾਂ ਇੱਥੇ ਕੁਐਸਚਨ ਕੇ ਉੱਪਰ ਆਇਓ ਸਿੱਧਾ ਸਿੱਧਾ, ਵਿਚ ਆਫ ਦਾ ਫੋਲੋਇੰਗ ਕੈਨ ਬੀ ਦਾ ਆਰਡਰ ਫਰੋਮ ਦਾ ਫਰਸਟ ਟੂ ਫਿਫਥ ਇਨ ਵਿਚ 5 ਰਿਸਰਚਰ ਡਿਲੀਵਰ देयर ਲੈਕਚਰ। ਹੁਣ ਇਹਨਾਂ ਨੇ ਦੇਖੋ ਆਪਸ਼ਨ ਵਾਈਜ਼ ਹੀ ਆਪਾਂ ਨੂੰ ਕਾਫੀ ਕੁਝ ਇੱਥੇ ਸਿੱਖਣ ਨੂੰ ਮਿਲ ਜਾਣਾ। ਪਹਿਲੀ ਗੱਲ ਤਾਂ ਜੀ ਤੋਂ ਸ਼ੁਰੂ ਨਹੀਂ ਹੋ ਸਕਦਾ ਕਿਉਂਕਿ ਜੀ ਤੋਂ ਉੱਪਰ ਜੇ ਬੈਠਾ ਤਾਂ ਪਹਿਲਾ ਲੈਕਚਰ ਖਤਮ। ਠੀਕ ਹੈ, ਦੂਸਰੀ ਗੱਲ ਐਲ ਆਪਣੇ ਕੋਲੇ ਲਾਸਟ ਵਿੱਚ ਨਹੀਂ ਆ ਸਕਦਾ ਕਿਉਂਕਿ ਐਲ ਐਚ ਤੋਂ ਉੱਪਰ ਆ, ਜਾਂ ਤਾਂ ਐਚ ਇੱਥੇ ਆ ਤਾਂ ਇਹਦੇ ਨੀਚੇ ਕੋਈ ਹੋਰ ਨੰਬਰ ਹੋਊਗਾ, ਅਗਰ ਐਚ ਇੱਥੇ ਆ ਤਾਂ ਐਲ ਇਹਦੇ ਉੱਪਰ ਹੋਊਗਾ, ਤਾਂ ਐਚ ਹੋਊਗਾ, ਐਲ ਨੀਚੇ ਨਹੀਂ ਆ ਸਕਦਾ, ਇਹ ਵੀ ਆਪਸ਼ਨ ਗਲਤ। ਤਾਂ ਇਹ ਕਨਫਰਮ ਹੋ ਗਿਆ ਕਿ ਐਚ ਮੇਰੇ ਕੋਲੇ ਲਾਸਟ ਨੰਬਰ ਤੇ ਬੈਠੂਗਾ। ਸਾਨੂੰ ਆਪਸ਼ਨ ਤੋਂ ਹੈਲਪ ਲੈ ਲੈਣੀ ਆ। ਕਈ ਵਾਰ ਕੀ ਹੁੰਦਾ, ਬੱਚੇ ਇੱਥੇ ਕਨਫਿਊਜ਼ ਰਹਿੰਦੇ ਆ ਕਿ ਮੈਂ ਇਹਨੂੰ ਕਿੱਦਾਂ ਫਿਲ ਕਰਾਂ। ਆਪਾਂ ਨੂੰ ਕਨਫਿਊਜ਼ਨ ਕਿਉਂ ਲੈਣੀ ਹੈ ਇੱਥੋਂ, ਆਪਾਂ ਨੂੰ ਜਦੋਂ ਆਪਸ਼ਨ ਹੀ ਪਤਾ, ਪਹਿਲਾ ਹੀ ਕੁਐਸਚਨ ਉਦੋਂ ਦਾ ਦੇ ਦਿੱਤਾ ਗਿਆ, ਤਾਂ ਆਪਾਂ ਸਿੱਧਾ ਆਪਸ਼ਨ ਵਾਈਜ਼ ਹੀ ਚੱਲਾਂਗੇ ਨਾ ਇੱਥੇ ਸਿੱਧਾ। ਤਾਂ ਮਤਲਬ ਪਹਿਲੀ ਕੰਡੀਸ਼ਨ ਇਹ ਵਾਲੀ ਤਾਂ ਹੋਗੀ ਗਲਤ, ਪਹਿਲੀ ਵਾਲੀ ਕੰਡੀਸ਼ਨ ਨੂੰ ਕਰ ਦਾਂਗੇ ਇਗਨੋਰ। ਫਿਰ ਆਪਾਂ ਦੁਬਾਰਾ ਚੱਲਾਂਗੇ ਇਸ ਕੁਐਸਚਨ ਤੇ। ਦੁਬਾਰਾ ਦੇਖੋ ਇੱਥੇ ਲਿਖਿਆ ਹੋਇਆ ਜੇ ਜੋ ਹੈਗਾ ਉਹ ਜੀ ਤੋਂ ਅੱਗੇ ਹੈਗਾ, ਬਿਲਕੁਲ ਠੀਕ ਹੈ। ਇੱਥੇ ਵੀ ਜੀ ਤੋਂ ਅੱਗੇ ਹੈਗਾ, ਬਿਲਕੁਲ ਠੀਕ ਹੈ। ਦੇਖੋ ਇਹਦੇ ਵਿੱਚ ਇੱਕ ਬੰਦਾ ਹੋ ਸਕਦਾ, ਨਹੀਂ ਹੋ ਸਕਦਾ, ਆਪਾਂ ਨੂੰ ਨਹੀਂ ਪਤਾ। ਠੀਕ ਹੈ, ਆਪਾਂ ਰੱਖ ਵੀ ਸਕਦੇ, ਨਹੀਂ ਵੀ ਰੱਖ ਸਕਦੇ, ਬਟ ਇੱਕ ਕੰਡੀਸ਼ਨ ਇਹਨਾਂ ਨੇ ਲਿਖੀ ਹੋਈ ਹੈ। ਇੱਥੋਂ ਆਪਾਂ ਚੈੱਕ ਕਰ ਲਓ, ਜਿਹੜਾ ਜੀ ਹੈਗਾ, ਜੀ ਇੱਕ ਨੰਬਰ ਕਿਤੋਂ ਅੱਗੇ ਹੈਗਾ, ਕੇ ਤੋਂ ਅੱਗੇ ਹੈਗਾ, ਤਾਂ ਕੇ ਤੋਂ ਅੱਗੇ ਨੰਬਰ ਹੈਗਾ ਜੀ, ਇਹ ਠੀਕ ਆ। ਜੇ ਇੱਥੇ ਕੇ ਜਿਹੜਾ ਹੈਗਾ ਉਸ ਤੋਂ ਅੱਗੇ ਹੋ ਗਿਆ ਤਾਂ ਮਤਲਬ ਇਹ ਨੰਬਰ ਗਲਤ ਹੋ ਗਿਆ। ਤਾਂ ਇੱਥੇ ਰਹੂਗਾ ਆਪਣੇ ਕੋਲੇ ਐਲ, ਫਿਰ ਆਊਗਾ ਕੇ, ਫਿਰ ਆਊਗਾ ਜੀ, ਫਿਰ ਆਊਗਾ ਜੀ। ਆਪਾਂ ਥਰਡ ਆਪਸ਼ਨ ਤੋਂ ਆਪਣੀ ਪਜ਼ਲ ਨੂੰ ਸੋਲਵ ਕੀਤਾ। ਅਗਰ ਕਿਸੇ ਸਟੂਡੈਂਟ ਨੇ ਏਦਾਂ ਸੋਲਵ ਕੀਤਾ, ਮੈਂ 100% ਕਹਿ ਸਕਦਾ ਕਿ ਪੰਜੇ ਦੇ ਪੰਜੇ ਕੁਐਸਚਨ ਠੀਕ ਹੋ ਜਾਣਗੇ। ਠੀਕ ਹੈ, ਕੁਐਸਚਨ ਨੰਬਰ ਸੈਕਿੰਡ ਦੇ ਉੱਪਰ ਚੱਲਦੇ ਹਾਂ। ਕੁਐਸਚਨ ਸੈਕਿੰਡ ਵਿੱਚ ਆਪਾਂ ਨੂੰ ਇਹ ਦੁਬਾਰਾ ਨਹੀਂ ਪੜਨਾ ਕਿਉਂਕਿ ਆਪਾਂ ਪਹਿਲੇ ਸਟੱਡੀ ਕਰ ਰੱਖਿਆ, ਔਰ ਪਿਛਲੇ ਕੁਐਸਚਨ ਦੇ ਅਕੋਰਡਿੰਗ ਆਪਣਾ ਆਨਸਰ ਇਹ ਆਇਆ ਸੀਗਾ। ਜਿਹੜਾ ਪਿਛਲਾ ਕੁਐਸਚਨ ਸੀਗਾ ਥਰਡ ਕੁਐਸਚਨ, ਇਹਦਾ ਆਨਸਰ ਥਰਡ ਆਪਾਂ ਪਿਕ ਕੀਤਾ, ਮੈਂ ਉਹੀ ਡਾਟਾ ਸੇਮ ਇੱਥੇ ਲਿਖ ਲਿਆ। ਠੀਕ ਹੈ, ਉਹਨਾਂ ਨੇ ਪੁੱਛਿਆ ਕਿ ਅਗਰ ਆਪਾਂ ਕੇ ਨੂੰ ਚੌਥੇ ਨੰਬਰ ਤੇ ਰੱਖੀਏ, ਮੰਨ ਲਓ ਇਹ ਹਮਾਰੇ ਆਪਣੇ ਕੋਲ ਇਹ ਪੁਆਇੰਟ ਸੀਗਾ, ਤਾਂ ਕੇ ਨੂੰ ਅਗਰ ਆਪਾਂ ਇੱਥੇ ਰੱਖੀਏ ਚੌਥੇ ਨੰਬਰ ਤੇ, ਤਾਂ ਐਚ ਤਾਂ ਨੀਚੇ ਹੀ ਰਹੂਗਾ। ਕਿਉਂ ਐਚ ਨੀਚੇ ਰਹੂਗਾ, ਆਪਾਂ ਨੇ ਪਹਿਲੇ ਸਟੇਟਮੈਂਟ ਦੇ ਉੱਪਰ ਪੜਿਆ ਸੀਗਾ ਕਿ ਜਿਹੜਾ ਐਲ ਹੋਊਗਾ, ਐਲ ਜੇ ਆਪਣੇ ਕੋਲੇ ਐਚ ਤੋਂ ਉੱਪਰ ਹੋਊਗਾ। ਐਚ ਆਪਣੇ ਕੋਲੇ ਪਹਿਲੇ 3 ਵਿੱਚ ਨਹੀਂ ਹੈਗਾ, ਲਿਖਿਆ ਹੋਇਆ ਇਹਨਾਂ ਨੇ ਐਚ ਜੋ ਹੈਗਾ ਪਹਿਲੇ 3 ਘੰਟੇ ਵਿੱਚ ਆਪਣੇ ਕੋਲੇ ਨਹੀਂ ਬੈਠਾ ਹੋਊਗਾ, ਤਾਂ ਐਚ ਪਹਿਲੇ 3 ਵਿੱਚ ਨਹੀਂ ਆਊਗਾ, ਤਾਂ ਐਚ ਜਾਂ ਤਾਂ ਇੱਥੇ ਹੋਊਗਾ ਜਾਂ ਇੱਥੇ ਹੋਊਗਾ, ਤੇ ਚੌਥੇ ਨੰਬਰ ਤੇ ਕੀ ਹੋਊਗਾ, ਤਾਂ ਕਨਫਰਮ ਹੋ ਗਿਆ ਐਚ ਲਾਸਟ ਤੇ ਹੋਊਗਾ। ਤੇ ਇਹਦਾ ਮਤਲਬ ਐਚ ਹਮਾਰੇ ਆਪਣੇ ਕੋਲੇ ਕੀ ਹੋਊਗਾ, ਲਾਸਟ ਨੰਬਰ ਤੇ ਆਊਗਾ। ਇਹ ਸਟੇਟਮੈਂਟ ਇਹਦੇ ਵਿੱਚ ਪ੍ਰੋਪਰਲੀ ਟਰੂ ਹੈ। ਠੀਕ ਹੈ, ਅਗਰ ਮੈਂ ਗੱਲ ਕਰਾਂ ਜੀ ਥਰਡ ਨੰਬਰ ਤੇ ਹੋ ਸਕਦਾ। ਦੇਖੋ ਅਗਰ ਜੀ ਦੀ ਗੱਲ ਕਰੀਏ, ਅਗਰ ਮੈਂ ਕੇ ਨੂੰ ਇੱਥੇ ਰੱਖਾਂ, ਐਚ ਨੂੰ ਇੱਥੇ ਰੱਖਾਂ, ਤਾਂ ਹੋ ਸਕਦਾ ਮੈਂ ਆਪਣੀ ਮਰਜ਼ੀ ਨਾਲ ਇੱਥੇ ਜੀ ਨੂੰ ਔਰ ਜੇ ਨੂੰ ਔਰ ਐਲ ਨੂੰ ਉੱਪਰ ਲਿਖਾਂ, ਕਿਉਂਕਿ ਅਕੋਰਡਿੰਗ ਟੂ ਦੀ ਕੁਐਸਚਨ ਆਪਾਂ ਨੂੰ ਇਹ ਗਿਵਨ ਸੀਗਾ ਕਿ ਜੋ ਐਲ ਹੈਗਾ, ਐਲ ਐਚ ਤੋਂ ਉੱਪਰ ਹੈਗਾ, ਐਲ ਬਿਲਕੁਲ ਉੱਪਰ ਆ, ਜੇ ਜੀ ਜੋ ਜੀ ਤੋਂ ਉੱਪਰ ਹੈਗਾ, ਕੇ ਜਿਹੜਾ ਹੈਗਾ ਉਹ ਜੀ ਤੋਂ ਨੀਚੇ ਹੈਗਾ। ਇਹ ਸਟੇਟਮੈਂਟ ਵੀ ਟਰੂ ਹੈਗੀ ਆ, ਬਟ ਅਗਰ ਮੈਂ ਗੱਲ ਕਰਾਂ ਸਿਰਫ ਇਸ ਦੇ ਅਕੋਰਡਿੰਗ ਇਹ ਕਨਫਰਮ ਹੈ ਕਿ ਇਹੀ ਡਾਟਾ ਆਊਗਾ। ਅਗਰ ਮੈਂ ਗੱਲ ਕਰਾਂ ਕਨਫਰਮ ਨਹੀਂ ਹੈਗਾ, ਕਿਉਂਕਿ ਮੈਂ ਐਲ ਨੂੰ ਇੱਥੇ ਵੀ ਰੱਖ ਸਕਦਾ। ਅਗਰ ਮੈਂ ਐਲ ਦੀ ਗੱਲ ਕਰਾਂ, ਐਲ ਨੂੰ ਮੈਂ ਇੱਥੇ ਵੀ ਇਦਾਂ ਕਰਕੇ ਰੱਖ ਸਕਦਾ, ਜਾਂ ਫਿਰ ਮੈਂ ਇਹਨੂੰ ਥੋੜਾ ਜਿਹਾ ਹੋਰ ਚੇਂਜ ਕਰਕੇ ਜੇ ਨੂੰ ਇੱਥੇ ਰੱਖ ਕੇ, ਜੀ ਨੂੰ ਇੱਥੇ ਰੱਖ ਕੇ, ਤੇ ਐਲ ਨੂੰ ਇੱਥੇ ਵੀ ਰੱਖ ਸਕਦਾ। ਠੀਕ ਹੈ ਨਾ, ਤਾਂ ਇਹ ਸਟੇਟਮੈਂਟਾਂ ਮੇਰੀਆਂ ਬਣਦੀਆਂ ਰਹਿਣਗੀਆਂ, ਬਟ ਕਨਫਰਮ ਹੈਗਾ ਐਚ ਕਨਫਰਮ ਹੈ ਕਿ ਇਹ ਆਪਣੇ ਕੋਲੇ 5ਵੇਂ ਨੰਬਰ ਤੇ ਰਹੂਗਾ। ਇਹ ਆਪਣਾ ਆਨਸਰ ਬਿਲਕੁਲ ਠੀਕ ਹੈ, ਆਪਸ਼ਨ ਨੰਬਰ ਸੈਕਿੰਡ। ਥਰਡ ਕੁਐਸਚਨ ਦੀ ਗੱਲ ਕਰੀਏ ਤਾਂ ਪਿਛਲੀ ਸਟੇਟਮੈਂਟ ਨੂੰ ਮੈਂ ਪ੍ਰੋਪਰ ਫਿਟ ਤੋਂ ਕਾਪੀ ਕੀਤਾ, ਪਹਿਲੇ ਕੁਐਸਚਨ ਵਾਲੀ ਨੂੰ। ਉਹਨੇ ਲਿਖਿਆ ਹੋਇਆ ਜੇ ਡਸ ਨਾਟ ਡਿਲੀਵਰ ਦਾ ਲੈਕਚਰ ਔਨ ਦਾ ਫਸਟ ਆਰ, ਜੇ ਜੋ ਹੈਗਾ ਆਪਣੇ ਕੋਲੇ ਪਹਿਲੇ ਨੰਬਰ ਤੇ ਨਹੀਂ ਰੱਖਣਾ, ਤਾਂ ਇਹਨਾਂ ਚੋਂ ਕਿਹੜਾ ਨੰਬਰ ਟਰੂ ਹੈਗਾ। ਜੀ ਅਗਰ ਪਹਿਲੇ ਨੰਬਰ ਤੇ ਨਹੀਂ ਹੋਗਾ, ਦੇਖੋ ਇਹ ਕਨਫਰਮ ਹੈ ਕਿ ਐਚ ਲਾਸਟ ਤੇ ਹੀ ਰਹੂਗਾ, ਇਹ ਕਨਫਰਮ ਹੋ ਜਾਊਗਾ। ਐਚ ਆਪਾਂ ਇੱਥੇ 1 ਮਿੰਟ ਮੈਂ ਬਣਾ ਦੇਣਾ, 1 2 3 4 1 2 3 4 5 ਐਚ ਆਪਾਂ ਇੱਥੇ ਵੀ ਬਣਾ ਸਕਦੇ ਹਾਂ, ਐਚ ਆਪਾਂ ਉੱਪਰ ਵੀ ਬਣਾ ਸਕਦੇ ਹਾਂ। ਠੀਕ ਹੈ, ਇਹਨਾਂ ਦੋਨਾਂ ਦੇ ਉੱਪਰ ਆਪਾਂ ਕੰਡੀਸ਼ਨ ਵਾਈਜ਼ ਲਾ ਸਕਦੇ ਹਾਂ। ਠੀਕ ਹੈ, ਉਹਨਾਂ ਨੇ ਪੁੱਛਿਆ ਕਿ ਜੇ ਜਿਹੜਾ ਹੈਗਾ ਪਹਿਲੇ ਨੰਬਰ ਤੇ ਨਹੀਂ ਰੱਖਣਾ, ਅਗਰ ਜੇ ਪਹਿਲੇ ਨੰਬਰ ਤੇ ਆਪਾਂ ਨਹੀਂ ਰੱਖਿਆ ਤਾਂ ਇਹਦੇ ਅਕੋਰਡਿੰਗ ਕੀ ਹੋਊਗਾ, ਇਹਦੇ ਅਕੋਰਡਿੰਗ ਹੋਊਗਾ ਜੇ ਇੱਥੇ, ਤੇ ਜੀ ਇੱਥੇ, ਤੇ ਕੇ ਇੱਥੇ। ਕਿਉਂ, ਕਿਉਂਕਿ ਜਿਹੜਾ ਜੀ ਹੈ ਜੇ ਹੈਗਾ ਉਹ ਜੀ ਤੋਂ ਉੱਪਰ, ਕੇ ਜਿਹੜਾ ਹੈਗਾ ਕੇ ਹੋਗਾ ਜੀ ਤੋਂ ਨੀਚੇ, ਤੇ ਪਹਿਲੇ ਨੰਬਰ ਤੇ ਕਨਫਰਮ ਹੈਗਾ ਕਿ ਐਲ ਆਊਗਾ। ਅਗਰ ਮੈਂ ਇਸ ਅਕੋਰਡਿੰਗ ਚਲਾ, ਫਿਰ ਅਗਰ ਮੈਂ ਇਸ ਅਕੋਰਡਿੰਗ ਚਲਾ ਤਾਂ ਵੀ ਆਪਾਂ ਸਿੰਪਲ ਚੈੱਕ ਕਰ ਲਓ, ਇਹਦੇ ਉੱਪਰ ਆਪਾਂ ਪਹਿਲੇ ਨੰਬਰ ਤੇ ਜੀ ਨਹੀਂ ਰੱਖਾਂਗੇ, ਜੇ ਇੱਥੇ, ਜੀ ਇੱਥੇ, ਆਪਾਂ ਲਾਸਟ ਤੇ ਵੀ ਕੇ ਰੱਖ ਸਕਦੇ ਹਾਂ, ਬਟ ਆਪਾਂ ਅਗਰ ਪਹਿਲੇ ਦੀ ਗੱਲ ਕਰੀਏ, ਪਹਿਲੇ ਤੇ ਐਲ ਆਊਗਾ, ਤਾਂ ਐਲ ਦੀ ਕਨਫਰਮੇਸ਼ਨ ਆਪਣੇ ਕੋਲੇ ਕਨਫਰਮ ਹੋਗੀ ਕਿ ਐਲ ਆਪਣੇ ਕੋਲੇ ਕਿੱਥੇ ਆਊਗਾ,
फर्स्ट पोजीशन ते, ठीक है। हुण उन्होंने देखो उसते एल बारे पूछया होया, एल बारे नहीं उन्होंने कुछ होर स्टेटमेंट पूछी होगी, जी डज नॉट डिलीवर द लैक्चर ऑन द थर्ड, ये तो बिल्कुल ही गलत है, जी तो इत्थे भी थर्ड है, इत्थे भी थर्ड है, ये तो गलत हो गया। उन्होंने लिखे ना डज नॉट, बट ये तो डज कर कि इत्थे डिलीवर करूगा तो ये गलत हो गया ऑप्शन। एच डज नॉट डिलीवर द लैक्चर ऑन द फोर्थ, एच जिहड़ा हैगा डज नॉट लिखा हुआ है ते एच अपने कोले इत्थे डिलीवर कर रहा है, इत्थे नहीं कर रहा, ये भी कन्फर्म नहीं हैगा अपने कोले। कन्फर्म का मतलब होगा भी प्रॉपर्ली कन्फर्म हैगा कि वही आंसर उत्थे आऊगा, ठीक है। जे जिहड़ा हैगा जे लैक्चर सैकंड ते जाऊगा, बिल्कुल सैकंड ते जाऊगा, ये बिल्कुल क्लीयर है, जे नंबर अपने कोल सैकंड ते आऊगा, ठीक है। कि डज नॉट डिलीवर द फोर्थ ਇੱਥੇ नहीं हो सकता क्योंकि ਇੱਥੇ एच भी आ रहा, तो ਇਹਦਾ मतलब सिर्फ सैकंड ऑप्शन ट्रू है, अपने को ऑप्शन नंबर थर्ड इज द सही आंसर। क्वेश्चन नंबर 4 ਦੇ ਉੱਤੇ चलते हैं। 4 नंबर फिर तो ही डाटा लिखा होया अगे, एच डज नॉट डिलीवर ऑन द फिफ्थ लैक्चर, अगर एच ਨੂੰ ਆਪਾਂ 5th ਤੇ ਨਹੀਂ ਬਿਠਾਵਾਂਗੇ ਤਾਂ ਕੀ ਪੋਜੀਸ਼ਨ ਹੋਊਗੀ, एच 5th ਤੇ ਨਹੀਂ ਆਊਗਾ ਤਾਂ ਕਨਫਰਮ ਹੈ 4th ਤੇ ਆਊਗਾ, ਕਿਉਂਕਿ ਲਿਖਿਆ ਹੋਇਆ एच ਜਿਹੜਾ ਹੈਗਾ ਪਹਿਲੇ 3 ਨੰਬਰ ਤੇ ਨਹੀਂ ਆਊਗਾ, ਲਾਸਟ 2 ਨੰਬਰ ਦੇ ਉੱਪਰ ਆਊਗਾ। ਤਾਂ ਆਪਣੇ ਕੋਲੇ ਬਾਕੀ ਡਾਟਾ ਲਿਖਿਆ ਹੋਇਆ ਆ ਗਿਆ ਸੇਮ, ਆਪਾਂ ਸੇਮ ਟੂ ਸੇਮ ਇਹ ਡਾਟਾ ਨੂੰ ਪਿਕ ਕਰ ਸਕਦੇ ਹਾਂ, ਬਟ ਆਪਾਂ ਨੂੰ ਇੱਕ ਗੱਲ ਦਾ ਹੋਰ ਧਿਆਨ ਰੱਖਣਾ ਪੈਣਾ ਕਿ ਇਹਦੇ ਵਿੱਚ ਕਿਹੜੀ ਕਿਹੜੀ ਕੰਡੀਸ਼ਨ ਉਹਨਾਂ ਨੇ ਆਪਣੀ ਲਗਾ ਸਕਦੇ ਆ, ਠੀਕ ਹੈ। ਇਹ ਚ ਪਹਿਲਾਂ ਤਾਂ ਦੋ ਕੰਡੀਸ਼ਨ ਦੇ ਉੱਪਰ ਪ੍ਰੋਪਰਲੀ ਆਪਾਂ ਧਿਆਨ ਰੱਖਾਂਗੇ, ਸਾਰੇ ਬੱਚੇ ਨੂੰ ਪ੍ਰੋਪਰਲੀ ਸਮਝ ਲੈਣਾ। ਅਗਰ ਮੈਂ ਗੱਲ ਕਰਾਂ ਐਲ ਦੀ, ਐਲ ਇਹਦੇ ਉੱਪਰ ਕਿਤੇ ਵੀ ਹੋ ਸਕਦਾ, ਠੀਕ ਹੈ ਨਾ, ਐਲ ਆਪਾਂ ਇੱਥੇ ਵੀ ਲਿਖ ਸਕਦੇ ਹਾਂ, ਇੱਥੇ ਵੀ ਲਿਖ ਸਕਦੇ ਹਾਂ, ਇੱਥੇ ਵੀ, ਬਟ ਐਲ ਇੱਥੇ ਨਹੀਂ ਹੋਊਗਾ। ਕਿਉਂ ਨਹੀਂ ਹੋਊਗਾ, ਕਿਉਂਕਿ ਇਹਨਾਂ ਨੇ ਲਿਖਿਆ ਹੋਇਆ ਸੀ ਕੁਐਸਚਨ ਵਿੱਚ ਐਲ ਜਿਹੜਾ ਹੈਗਾ ਆਪਣੇ ਕੋਲੇ ਉਹ ਉੱਪਰ ਹੈਗਾ, ਐਚ ਤੋਂ ਉੱਪਰ ਆਊਗਾ, ਤਾਂ ਐਲ ਇੱਥੇ ਨਹੀਂ ਆਊਗਾ। एल अगर अपने को देखो सिंपल सी कहानी आ, अगर मैं गल करा जे जी के, ये 3 नंबर ने, 3 नंबर आप इत्थे रख नहीं सकते क्योंकि एल एक आऊगा, एल नंबर इत्थे इत्थे किते भी आ सकता, बट आपां नूं कन्फर्म है कि के नूं फिर नीचे रखना पैना। जिवें कि मैं एक बार एग्जाम्पल दे के समझा देना प्रॉपरली, एच अपने कोले इत्थे आ, के इत्थे आ, जी और जे और एल, ये एल आपां इदां भी लिख सकते हैं जी जे एल जी एच के, ਇਹਨੂੰ ਆਪਾਂ ਇਦਾਂ ਵੀ ਲਿਖ ਸਕਦੇ ਹਾਂ ਜੀ ਜੇ ਐਲ ਐਚ ਕੇ, ਬਟ ਆਪਣੇ ਕੋਲ ਕਨਫਰਮ ਕੀ ਆ ਗਿਆ, ਕੇ ਦੀ ਪੋਜੀਸ਼ਨ ਆ ਗਈ, ਤਾਂ ਕੇ ਆਪਣੇ ਕੋਲੇ 5th ਪੋਜੀਸ਼ਨ ਤੇ ਆਊਗਾ, ਇਹ ਇਸ ਦਾ ਆਨਸਰ ਬਿਲਕੁਲ ਸਹੀ ਹੈ। ਕੁਐਸਚਨ ਨੰਬਰ 5 ਦੇ ਉੱਪਰ ਚੱਲਦੇ ਹਾਂ। 5 ਨੰਬਰ ਆਪਣੇ ਕੋਲੇ ਲਿਖਿਆ ਹੋਇਆ ਜੀ ਅਗਰ ਤੀਜੇ ਨੰਬਰ ਤੇ ਰੱਖੀਏ ਤਾਂ ਇਹਨਾਂ ਚੋਂ ਕਿਹੜਾ ਨੰਬਰ ਟਰੂ ਹੋਊਗਾ, ਠੀਕ ਹੈ। ਅਗਰ ਜੀ ਨੂੰ ਆਪਾਂ ਤੀਜੇ ਨੰਬਰ ਤੇ ਰੱਖਣਾ ਹੋਵੇ, ਆਪਾਂ ਬਣਾ ਲੈਣੇ 1 2 3 4 5, ਠੀਕ ਹੈ। ਜੀ ਨੂੰ ਆਪਾਂ ਤੀਜੇ ਨੰਬਰ ਤੇ ਰੱਖ ਲਿਆ, अगर जी आप तीजे नंबर से रख लिया तो इस तो उपर किन्ने नंबर रख सकते हैं, इस तो उपर कन्फर्म है कि जे आऊगा ही आऊगा, या तो जे इत्थे आऊगा या तो फिर जे अपने को इत्थे आऊगा, तो जे की कन्फर्मेशन नहीं है, ठीक है ना, जे का आप कन्फर्म नहीं कर सकते, पर जी का कन्फर्म है। और अगर मैं गल करा इस बारे होर की आप कर सकते, अगर जी इत्थे आ तो एच के बारे देख सकते, या तो एच इत्थे होगा या फिर एच इत्थे होगा, ये बारे भी कन्फर्म नहीं कर सकते, ठीक है ना। अगर गल करिए मैं इनू इदा रख लेना कि जे, इसको इदा बना लेने जी जे एच, जे जी एच इत्थे बना लिया, तो के मैं इत्थे बना सकदा, ठीक है। या फिर मैं इत्थे एल लिख सकदा, या फिर मैं अपने अकॉर्डिंग एक बार चेक कर लेना कि इत्थे भी मैं अपने अकॉर्डिंग लगा सकदा, इत्थे के और इत्थे एल लिख सकदा। तो इदा कंडीशनस काफ़ी बच्चों ने पेपर के अंदर बनाइया होनियां, तो पेपर च इदा दे क्वेश्चन थोनू थोड़े जे कन्फ्यूजन टाइप लगे होने आ। अगर मैं इस डी आई की गल करा, इनू पजल की गल करा, ਤੇ ਪਜ਼ਲ ਨੂੰ ਆਪ ਸਾਰਿਆਂ ਨੇ ਸੋਲਵ ਕਰਨਾ ਸੀ। ਕਿਉਂ ਕਰਨਾ ਸੀ, ਕਿਉਂਕਿ ਇਹ 5 ਨੰਬਰ ਦਾ ਸੀ ਟੋਟਲ, ਔਰ 5 ਨੰਬਰ ਦੇ ਅਕੋਰਡਿੰਗ ਮੈਨੂੰ ਲੱਗਦਾ ਕਿ ਇਹ ਤੁਹਾਡੇ ਸਕੋਰ ਨੂੰ ਕਿਤੇ ਨਾ ਕਿਤੇ ਦਾ ਪ੍ਰੋਪਰਲੀ ਬੂਸਟ ਕਰੂਗਾ ਹੀ ਕਰੂਗਾ, ਠੀਕ ਹੈ। 5 ਚੋਂ ਅਗਰ ਤੁਹਾਡੇ ਪਹਿਲੇ ਵਾਲੇ 4 ਕੁਐਸਚਨ ਠੀਕ ਹੋ ਗਏ, ਲਾਸਟ ਵਾਲਾ ਨਹੀਂ ਵੀ ਠੀਕ ਹੁੰਦਾ, ਤੁਸੀਂ ਛੱਡ ਕੇ ਨਿਕਲ ਜਾਂਦੇ, ਕੋਈ ਫਰਕ ਨਹੀਂ ਪੈਣਾ ਸੀ। 4 ਕੁਐਸਚਨ ਬਹੁਤ ਆਸਾਨੀ ਸੀ, ਠੀਕ ਹੈ। ਹੁਣ ਦੁਬਾਰਾ ਜੇ ਇਹਦਾ ਆਨਸਰ ਦੇਖ ਲੈਂਦੇ ਆ, ਇਹਦਾ ਪ੍ਰੋਪਰਲੀ ਆਨਸਰ ਹੈ ਕੀ ਹੈ। ਜੀ ਨੂੰ ਆਪਾਂ ਇੱਥੇ ਬਣਾ ਲੈਣੇ ਪ੍ਰੋਪਰਲੀ, जी ਇੱਥੇ ਰੱਖ ਲਿਆ, ਠੀਕ ਹੈ। ਬਾਕੀ ਡਾਟਾ ਤਾਂ ਵੈਸੇ ਹੀ ਯਾਦ ਹੋ ਚੁੱਕਿਆ ਹੋਣਾ ਹੁਣ ਤੱਕ। L is only the one of the 5 researcher who can take the first lecture। L कन्फर्म है कि अपने को पहले नंबर ਤੇ ਆਊਗਾ, डेफिनेटली कन्फर्म होगा। क्यों कन्फर्म होगा, सपोज अगर मैं H ਨੂੰ ਇੱਥੇ ਰੱਖ ਲਵਾਂ, ठीक है, मान ਲੈਂਦੇ ਆ मैं चौथे नंबर ਤੇ H ਰੱਖ ਲਿਆ, ਤੇ ਇਹਦੇ ਉੱਪਰ ਕੀ ਆਊਗਾ, G ਦੇ ਉੱਪਰ ਆਊਗਾ J, ठीक है। ਇਹਦੇ ਨੀਚੇ ਕੀ ਆਊਗਾ K ਨੂੰ ਆਪਾਂ ਇੱਥੇ ਰੱਖ ਸਕਦੇ ਹਾਂ, ਤਾਂ ਕਨਫਰਮ L ਇੱਥੇ ਆਊਗਾ। अगर मैं इनू जी ਨੂੰ ਇੱਥੇ ਰੱਖਾਂ, एच मैं नीचे रख ਲੈਣਾ, ठीक है। एच की पोजीशन या तो 4 है या 5th है, ਇਹਦਾ क्वेश्चन वाला ने पहला ही ਦਿੱਤਾ ਹੋਇਆ, ठीक है। ਤੇ ਫਿਰ K ਆਪਾਂ ਇੱਥੇ ਰੱਖ ਸਕਦੇ ਹਾਂ, J ਇੱਥੇ और L ਇੱਥੇ ਰੱਖ ਸਕਦੇ ਹਾਂ। ਹੁਣ ਕਿਸੇ ਨਾ ਕਿਸੇ ਸਟੂਡੈਂਟ ਦੇ ਦਿਮਾਗ ਵਿੱਚ ਆ ਵੀ ਸਕਦਾ ਕਿ ਸਰ ਇਹ ਕਨਫਰਮ ਹੈ ਕਿ ਇੱਥੇ ਰੱਖ ਸਕਦੇ ਆ, ਆਪਾਂ ਇਦਾਂ ਨਹੀਂ ਕਰ ਸਕਦੇ ਕਿ ਇਹਨੂੰ L ਨੂੰ ਨੀਚੇ ਰੱਖ ਲਈਏ। ਮੰਨ ਲਓ ਮੈਂ L ਨੂੰ ਇੱਥੇ ਨੰਬਰ ਪਹਿਲੇ ਤੇ J ਰੱਖ ਲਿਆ, ਦੂਜੇ ਤੇ L ਰੱਖ ਲਿਆ, ਰੱਖ ਸਕਦੇ ਆ, ਤੇ ਇਹਦਾ ਮਤਲਬ ਇਹ ਕਨਫਰਮ ਨਹੀਂ ਹੋਗਾ, ਪਹਿਲਾ ਗਲਤ, ਠੀਕ ਹੈ। J is only the one of a 5 researcher who is on the second place, सेकंड ਤੇ नहीं फर्स्ट ਤੇ भी आ सकता है, ये भी गलत हो गया, ठीक है।
any of the exactly 3 of the 5 researcher can take the second lecture. Any one of the exactly 3 of the 5 researcher can take the second lecture. ਤੀਜੇ ਲੈਕਚਰ ਤੇ ਕੋਈ ਵੀ ਆ ਸਕਦਾ। ਕਿਹੜੇ ਕਿਹੜੇ ਨੰਬਰ ਆ ਸਕਦੇ ਆ? ਜਾਂ ਤਾਂ ਆਪਾਂ L ਲਿਖ ਸਕਦੇ ਆ ਜਾਂ ਆਪਾਂ J ਲਿਖ ਸਕਦੇ ਆ। ਸਿਰਫ ਦੋ ਹੀ ਆ ਸਕਦੇ ਆ, ਤਿੰਨ ਨਹੀਂ ਆ ਸਕਦੇ। ਇਹਨਾਂ ਨੇ ਲਿਖਿਆ ਨਾ ਐਨੀ ਆਫ 3, ਤਿੰਨ ਨਹੀਂ ਆ ਸਕਦੇ ਤਾਂ ਗਲਤ ਹੈ ਜੀ। ਲਾਸਟ ਆਪਸ਼ਨ either one of the exactly 2 of the 5 researcher can take the 5th lecture। ਇਹਦੇ ਵਿੱਚ ਆਪਣੇ ਕੋਲੇ ਪੰਜਵੇਂ ਲੈਕਚਰ ਦੇ ਉੱਪਰ ਸਿਰਫ ਆਪਣੇ ਕੋਲੇ ਦੋ ਨੰਬਰ ਆ ਸਕਦੇ ਆ। ਬਿਲਕੁਲ ਇੱਕ ਤਾਂ K ਹੋ ਸਕਦਾ, ਇੱਕ H ਹੋ ਸਕਦਾ। ਇਹਦਾ ਮਤਲਬ ਕਨਫਰਮ ਹੈ ਕਿ ਆਪਸ਼ਨ ਨੰਬਰ ਡੀ ਇਹਦਾ ਬਿਲਕੁਲ ਸਹੀ ਹੈ। ਕੁਐਸਚਨ ਨੰਬਰ 6 ਦੇ ਉੱਪਰ ਚੱਲਦੇ ਹਾਂ। 6 ਨੰਬਰ ਕੁਐਸਚਨ ਨੂੰ ਸਟੱਡੀ ਕਰਨ ਲਈ ਹੁਣ ਆਪਣੇ ਕੁਐਸਚਨ ਦੇਖੋ DI ਵਾਲੇ ਤਾਂ ਪਜ਼ਲ ਵਾਲੇ ਤਾਂ ਬੜੇ ਆਸਾਨ ਕੁਐਸਚਨ ਆਪਾਂ ਲੱਗੇ ਹੋਣੇ ਆ ਵਿੱਚ ਤੇ ਕੀ ਵੀ ਲੱਗੇ ਹੋਣੇ ਆ, ਬਟ ਐਦਾਂ ਦੇ ਕੁਐਸਚਨ ਆਪ ਤੁਹਾਨੂੰ ਕਈ ਵਾਰ ਪੇਪਰ ਦੇ ਅੰਦਰ ਫਸਾ ਵੀ ਸਕਦੇ ਆ, ਕਈ ਵਾਰ ਪੇਪਰ ਅੰਦਰ ਜਲਦੀ ਤੋਂ ਜਲਦੀ ਲੰਘਾ ਵੀ ਸਕਦੇ ਆ। ਠੀਕ ਹੈ, ਅਗਰ ਮੈਂ ਗੱਲ ਕਰਾਂ ਇਸ ਕੁਐਸਚਨ ਦੀ ਤਾਂ ਆਪਣੇ ਕੋਲੇ ਤੁਹਾਨੂੰ ਦੇਖਣਾ ਪੈਣਾ ਕਿ 15 ਤੋਂ ਇਹਦਾ ਨੰਬਰ ਕੀ ਆ ਰਿਹਾ, P ਨੰਬਰ ਇੰਕਰੀਮੈਂਟ ਤੋਂ B ਨੰਬਰ ਦਾ ਇੰਕਰੀਮੈਂਟ ਇੱਥੇ ਕਰ ਲਓ ਤਾਂ ਆਪਣੇ ਕੋਲੇ 44 ਆਣਾ ਚਾਹੀਦਾ, ਆਪਸ਼ਨ 'ਚ ਨਹੀਂ ਹੈਗਾ। ਫਿਰ ਆਪਣੇ ਕੋਲੇ ਇੱਕ ਹੋਰ ਲੌਜਿਕ, ਇਹਦੇ ਨਾਲ ਜਿੰਨੇ ਜ਼ਿਆਦਾ ਲੌਜਿਕ ਬਣਾਓਗੇ ਉਨਾ ਜ਼ਿਆਦਾ ਆਸਾਨ ਹੋ ਜਾਂਦਾ ਕੁਐਸਚਨ। ਠੀਕ ਹੈ ਨਾ, ਅਗਰ ਮੈਂ ਗੱਲ ਕਰਾਂ ਇਹ ਹੈਗਾ 4 ਦਾ ਸਕੁਅਰ -1। ਠੀਕ ਹੈ, ਅਗਰ ਮੈਂ ਗੱਲ ਕਰਾਂ ਇਹ ਹੈਗਾ 5 ਦਾ ਸਕੁਅਰ -1। ਇਹ ਨੰਬਰ ਚੈੱਕ ਕਰੋਗੇ 6 ਦਾ ਸਕੁਅਰ -1 ਤਾਂ ਇਹ ਨੰਬਰ ਕੀ ਹੋਊਗਾ 7 ਦਾ ਸਕੁਅਰ -1 ਤਾਂ ਇਹ ਕਿੰਨਾ ਆਊਗਾ ਆਪਣੇ ਕੋਲੇ 48 ਤਾਂ ਇਹ ਆਪਣਾ ਆਂਸਰ ਹੋ ਗਿਆ। ਠੀਕ ਹੈ, ਜਾਂ ਫਿਰ ਕਿਸੇ ਬੱਚੇ ਨੇ ਐਦਾਂ ਵੀ ਸੋਚਿਆ ਹੋ ਸਕਦਾ ਕਿ ਇਹ 15 ਜੋ ਹੈਗਾ ਉਹ ਹੈਗਾ 3 into 5। ਠੀਕ ਹੈ, ਜੋ ਆਪਣੇ ਕੋਲ 35 ਹੈਗਾ ਇਹ ਹੈਗਾ 5 into 7 ਤਾਂ ਇਹ ਨੰਬਰ ਕਿੰਨਾ ਹੈਗਾ ਮੇਰੇ ਕੋਲੇ, ਇਹ ਹੈਗਾ ਮੇਰੇ ਕੋਲ 4 into 6 ਤਾਂ ਇਹ ਨੰਬਰ ਕਿੰਨਾ ਹੋਊਗਾ ਮੇਰੇ ਕੋਲੇ 6 into 8। ਇਹ ਕਿੱਦਾਂ ਬਣਾਇਆ ਲੌਜਿਕ? ਐਚ ਦੇਖੋ ਇੱਥੇ 2 ਨੰਬਰ ਦਾ ਗੈਪ ਹੈ, ਇੱਧਰ ਵੀ 2 ਨੰਬਰ ਦਾ ਗੈਪ ਆ, ਇੱਧਰ ਵੀ 2 ਨੰਬਰ ਦਾ ਗੈਪ ਰੱਖਿਆ ਤਾਂ ਇੱਧਰ ਵੀ 2 ਨੰਬਰ ਦਾ ਗੈਪ ਹੀ ਆਉਣਾ। ਠੀਕ ਹੈ, ਫਿਰ ਅੱਗੇ ਦੇਖੋ ਇੱਥੇ ਕਿੰਨਾ ਨੰਬਰ ਆ 5, 5 ਨੰਬਰ ਇੱਥੇ ਆਪਣੇ ਕੋਲੇ, 5 ਤੋਂ ਅੱਗੇ ਵਾਲੇ 2 ਨੰਬਰ। ਇੱਥੇ ਦੇਖੋ ਲਾਸਟ ਨੰਬਰ ਕਿੰਨਾ 6 ਤੋਂ 6 ਤੋਂ ਅੱਗੇ ਵਾਲੇ 2 ਨੰਬਰ। ਠੀਕ ਹੈ, ਤਾਂ ਕਰੈਕਟ ਆਂਸਰ ਕਿੰਨਾ ਹੋਊਗਾ 48। ਕੁਐਸਚਨ ਨੰਬਰ 7 ਕਲੌਕ ਦੇ ਉੱਪਰ ਪੁੱਛਿਆ ਗਿਆ ਕੁਐਸਚਨ ਹੈ, ਅਗਰ ਫਿਊਚਰ ਲਈ ਕਿਸੇ ਪੇਪਰ ਲਈ ਤੁਸੀਂ ਤਿਆਰੀ ਕਰ ਰਹੇ ਹੋ ਸਪੈਸ਼ਲੀ ਪੰਜਾਬ ਸਟੇਟ ਲਈ, ਕਲੌਕ ਦੇ ਕੈਲੰਡਰ ਪੱਕੇ ਕਰ ਲਓ, ਪੱਕੇ 2 ਕੁਐਸਚਨ ਆਣੇ ਆ, ਬਹੁਤ ਆਸਾਨ ਕੁਐਸਚਨ ਹੁੰਦੇ ਆ, ਇਹਨਾਂ ਨੂੰ ਡਿਫਿਕਲਟ ਬਿਲਕੁਲ ਮਤ ਸਮਝੋ। ਠੀਕ ਹੈ, ਇੱਕ ਗੱਲ ਹੈਗੀ ਡਾਇਰੈਕਸ਼ਨ ਦੀ, ਡਾਇਰੈਕਸ਼ਨ ਵੀ ਆਂਦਾ ਹੀ ਆਂਦਾ ਪੇਪਰ 'ਚ, ਚਾਹੇ ਕਿਹੜਾ ਵੀ ਸਟੇਟ ਐਗਜ਼ਾਮ ਲਗਾ ਲਓ। ਤਾਂ ਅਗਰ ਮੈਂ ਗੱਲ ਕਰਾਂ ਕਲੌਕ ਦੀ, ਇੱਕ ਵਾਚ ਹੈ ਉਹਨੇ 3 ਸੈਕਿੰਡ ਦਾ ਸਲੋ ਹੋ ਜਾਣਾ ਬਾਈ 4 ਮਿੰਟ, 4 ਮਿੰਟ ਦੇ ਅੰਦਰ ਇੱਕ ਕਲੌਕ ਨੇ 3 ਮਿੰਟ ਦਾ ਸਲੋ ਹੋ ਗਿਆ, 3 ਸੈਕਿੰਡ ਦਾ ਸੌਰੀ। ਠੀਕ ਹੈ, ਉਸੇ ਘੜੀ ਨੇ ਰਾਈਟ ਟਾਈਮ ਦਿਖਾਇਆ 8 ਵਜੇ ਔਰ 11 ਵਜੇ ਤੱਕ ਉਸੇ ਦਿਨ ਤੱਕ ਚਲਦੀ ਦੇਖੀ ਗਈ। ਜਦੋਂ 8 ਵਜੇ ਤੋਂ 11 ਵਜੇ ਤੱਕ ਚਲੀ ਤਾਂ ਘੜੀ ਵਿੱਚ ਕਿੰਨਾ ਟਾਈਮ ਹੋ ਗਿਆ ਹੋਣਾ? ਸਿੰਪਲ ਜੀ ਗੱਲ ਆ ਕਿ 4 ਮਿੰਟ ਦੇ ਅੰਦਰ ਘੜੀ 3 ਸੈਕਿੰਡ ਸਲੋ ਹੋ ਰਹੀ ਆ ਤਾਂ 8 ਵਜੇ ਤੋਂ ਲੈ ਕੇ 11 ਵਜੇ ਤੱਕ ਟੋਟਲ 15 ਘੰਟੇ ਹੋ ਗਏ। ਟੋਟਲ ਆਪਣੇ ਕੋਲੇ 15 ਘੰਟੇ ਹੋ ਗਏ ਤਾਂ ਘੜੀ ਸਲੋ ਤਾਂ ਹੋਣੀ ਹੀ ਹੋਣੀ ਆ, ਤਾਂ ਉਸ ਤੋਂ ਜ਼ਿਆਦਾ ਆਂਸਰ ਤਾਂ ਹੋ ਨਹੀਂ ਸਕਦਾ 11 ਵਜੇ ਤੋਂ, 11 ਵਜੇ ਤੋਂ ਪਿੱਛੇ ਆਂਸਰ ਹੋਊਗਾ। ਠੀਕ ਹੈ ਨਾ, ਤਾਂ 15 ਘੰਟੇ 'ਚ ਕਿੰਨੀ ਸਲੋ ਹੋ ਜਾਊਗੀ ਆਪਾਂ ਇਹ ਚੈੱਕ ਕਰਨਾ। ਤਾਂ ਸਾਰਿਆਂ ਨੂੰ ਪਤਾ ਕਿ ਅਗਰ 15 ਘੰਟੇ ਦੀ ਗੱਲ ਕਰੀਏ ਤਾਂ ਇਹਨੂੰ ਮਲਟੀਪਲਾਈ ਬਾਈ 60 ਕਰ ਲਾਂਗੇ ਤਾਂ ਮਿੰਟ ਆ ਜਾਊਗਾ। ਔਰ ਅਗਰ ਮੈਂ ਗੱਲ ਕਰਾਂ ਯੂਨਿਟਰੀ ਮੈਥਡ ਦੀ 3 ਡਿਵਾਈਡ ਬਾਈ ਦਿਸ ਵੈਲਿਊ 4 ਐਂਡ ਮਲਟੀਪਲਾਈ ਬਾਈ ਦਿਸ ਵੈਲਿਊ। ਠੀਕ ਹੈ, ਤਾਂ ਆਪਣੇ ਕੋਲੇ ਡਾਇਰੈਕਟ ਆਂਸਰ ਆ ਜਾਊਗਾ ਕਿ 15 ਘੰਟੇ ਦੇ ਵਿੱਚ ਕਿੰਨੀ ਸਲੋ ਹੋ ਚੁੱਕੀ ਹੈ। ਠੀਕ ਹੈ, ਸਿੰਪਲੀ ਆਪ ਸਾਰੇ ਇਹਨੂੰ ਮਲਟੀਪਲਾਈ ਕਰ ਸਕਦੇ ਆ, ਇਹਨੂੰ 15 ਨੂੰ ਇੱਧਰ 15 ਨਾਲ ਮਲਟੀਪਲਾਈ ਕੀਤਾ। ਹੁਣ ਸਾਰੇ ਬੱਚੇ ਕਈ ਵਾਰ ਕੀ ਹੁੰਦਾ ਇਹਨੂੰ ਮਲਟੀਪਲਾਈ ਕਰਨ ਲੱਗ ਜਾਂਦੇ ਪ੍ਰੋਪਰ। ਠੀਕ ਹੈ, ਆਪਾਂ ਮਲਟੀਪਲਾਈ ਇਹਨੂੰ ਰੋਕ ਵੀ ਸਕਦੇ ਹਾਂ, ਵੈਸੇ ਤਾਂ ਕੋਈ ਜ਼ਿਆਦਾ ਬੜੀ ਮਲਟੀਪਲਾਈ ਨਹੀਂ ਹੈ, 15 15 225 ਔਰ 3 ਨਾਲ ਮਲਟੀਪਲਾਈ ਕਰਕੇ ਆਪਾਂ ਆਂਸਰ ਕਰ ਸਕਦੇ ਹਾਂ ਸੈਕਿੰਡ 'ਚ, ਬਟ ਆਪਾਂ ਨੂੰ ਪਤਾ ਹੈ ਕਿ ਇਹ ਸੈਕਿੰਡ ਜਿਹੜੀ ਹੈਗਾ 60 ਤੋਂ ਉੱਪਰ ਨੇ ਤਾਂ ਮਿੰਟ 'ਚ ਕਨਵਰਜਨ ਕਰਨੀ ਪੈਣੀ ਹੈ ਲਾਸਟ 'ਚ ਕਰਨ ਨਾਲੋਂ ਆਪਾਂ ਡਾਇਰੈਕਟ ਇਹਨੂੰ 60 ਨਾਲ ਡਿਵਾਈਡ ਕਰਕੇ ਸਿੱਧਾ ਹੀ ਮਿੰਟ 'ਚ ਲੈ ਆਈਏ ਤਾਂ ਆਪਣੇ ਕੋਲੇ ਟਾਈਮ ਬਚ ਜਾਊਗਾ। ਇਹ ਇਹਦੇ ਨਾਲ ਕੱਟ ਜਾਊਗਾ ਪ੍ਰੋਪਰਲੀ 4 ਵਾਰ ਤਾਂ 3 ਤੇ 15 45 45/4। ਇਹਦਾ ਮਤਲਬ ਕੀ ਹੋਊਗਾ? ਇਹਦਾ ਮਤਲਬ ਹੋਊਗਾ 11 ਮਿੰਟ ਤਾਂ ਪ੍ਰੋਪਰਲੀ 1/4 ਆਪਣੇ ਕੋਲੇ ਮਿੰਟ ਦਾ, ਤਾਂ 11 ਮਿੰਟ ਤਾਂ ਚਲੋ ਸਲੋ ਹੋਣੀ ਹੀ ਹੋਣੀ ਹੈ ਘੜੀ। ਉਸ ਤੋਂ ਇਲਾਵਾ 1/4 ਮਿੰਟ, 1/4 ਨੂੰ ਅਗਰ ਤੁਸੀਂ 60 ਨਾਲ ਮਲਟੀਪਲਾਈ ਕਰ ਦੋ ਤਾਂ ਆਪਣੇ ਕੋਲੇ ਟੋਟਲ ਕਿੰਨਾ ਆ ਜਾਊਗਾ 11 ਮਿੰਟ ਦਾ ਡਿਕਰੀਮੈਂਟ ਹੋਣਾ ਪਲੱਸ 15 ਸੈਕਿੰਡ ਉਸ ਤੋਂ ਬਾਅਦ ਹੋਰ ਕੱਟਣਗੇ। ਠੀਕ ਹੈ, ਤਾਂ ਸਿੰਪਲ ਜੀ ਗੱਲ ਹੈ ਕਿ ਅਗਰ ਮੈਂ 11 ਮਿੰਟ ਘਟਾਊਂਗਾ ਕਿੰਨੇ ਵਜੇ ਤੋਂ? 11 ਵਜੇ ਤੋਂ। 11 ਵਜੇ ਤੋਂ ਅਗਰ ਮੈਂ 11 ਮਿੰਟ ਘਟਾਊਂਗਾ ਤਾਂ ਟੋਟਲ ਆਪਣੇ ਕੋਲੇ 49 ਮਿੰਟ ਹੋ ਗਏ। ਉਸ ਤੋਂ ਬਾਅਦ 15 ਸੈਕਿੰਡ ਘਟਾਊਂਗਾ ਤਾਂ 48.15 ਤਾਂ ਆਂਸਰ ਆਪਣੇ ਕੋਲੇ ਇਹ ਹੋ ਜਾਊਗਾ ਪ੍ਰੋਪਰਲੀ। ਸਾਰੇ ਬੱਚੇ ਇੱਕ ਵਾਰ ਦਿਮਾਗ 'ਚ ਇਸ ਨੂੰ ਬਿਠਾ ਲਓ, 11 ਵਜੇ ਤੋਂ ਮੈਂ ਅਗਰ 11 ਮਿੰਟ ਨੂੰ ਘਟਾਊਂਗਾ ਤਾਂ ਮੇਰੇ ਕੋਲੇ 49 ਮਿੰਟ, ਫਿਰ ਮੈਂ ਉਸ ਤੋਂ ਬਾਅਦ 15 ਸੈਕਿੰਡ ਨੂੰ ਵੀ ਘਟਾਊਂਗਾ ਤਾਂ 48 ਮਿੰਟ 45 ਸੈਕਿੰਡ ਹੋ ਜਾਣਗੇ ਤੇ ਆਪਣਾ ਆਂਸਰ ਆਊਗਾ ਸੈਕਿੰਡ ਆਪਸ਼ਨ। ਕੁਐਸਚਨ ਨੰਬਰ 8 ਦੇ ਉੱਪਰ ਚੱਲਦੇ ਹਾਂ। ਕੁਐਸਚਨ ਨੰਬਰ 8 ਇੱਕ ਫਿਰ ਤੋਂ ਪਜ਼ਲ ਦੇ ਉੱਪਰ ਗਿਵਨ ਹੈ। 3 ਪਰਸਨ ਨੇ ਰਾਜ, ਸਮੀਰ, ਵਿਜੇ ਕਿਸੇ ਸਟੈਂਡਿੰਗ ਪੋਜੀਸ਼ਨ 'ਚ ਖੜੇ ਨੇ
ਤਾਂ ਇਹਨਾਂ ਨੇ ਵਿੱਚ ਲਿਖਿਆ ਹੋਇਆ ਟੋਟਲ 5% ਹੈਗੇ ਰਾਜ ਤੇ ਸਮੀਰ ਦੇ ਵਿੱਚ। ਤਾਂ ਆਪਾਂ ਲਿਖ ਲੈਨੇ ਇੱਧਰ ਰਾਜ ਔਰ ਸਮੀਰ, ਇਹਨਾਂ ਵਿੱਚ ਟੋਟਲ 5% ਨੇ, 3 4 5, ਠੀਕ ਹੈ। ਔਰ ਅੱਗੇ ਲਿਖਿਆ ਹੋਇਆ ਆਪਣੇ ਕੋਲੇ ਕਿ 3% 8% ਹੈਗਾ ਸਮੀਰ ਤੇ ਵਿਜੇ ਵਿੱਚ, ਠੀਕ ਹੈ। ਦੇਖੋ ਉਹਨਾਂ ਨੇ ਅੱਗੇ ਨਾ ਡਾਟਾ 'ਚ ਮਿਨੀਮਮ ਲਿਖਿਆ ਹੋਇਆ, ਮਿਨੀਮਮਲੀ ਹਮੇਸ਼ਾ याद रखो हमेशा ਦੇ हमेशा ਲਈ ओवरलैपिंग होना ही होना। अगर मैक्सिमम होवे ਤਾਂ विदाउट ओवरलैपिंग, ये दो ही फंडे ने। ਇਹਨੂੰ ਆਪਾਂ ਰੈਂਕਿੰਗ ਐਂਡ ਪੋਜੀਸ਼ਨਿੰਗ ਵਿੱਚ ਪੜ੍ਹਦੇ ਆ, ਬੈਂਕਿੰਗ ਪੇਪਰ ਵਿੱਚ ਮੋਸਟਲੀ ਇਦਾਂ ਦੇ ਕੁਐਸਚਨ ਆਉਂਦੇ ਜਾਂਦੇ ਆ, ਠੀਕ ਹੈ। ਤਾਂ ਆਪਾਂ ਸਿੰਪਲ ਆਪਾਂ ਚੈੱਕ ਕਰ ਸਕਦੇ ਹਾਂ, ਰਿਪੀਟ ਕਰ ਰਿਹਾ ਮੈਂ ਕਿ ਅਗਰ ਮਿਨੀਮਮ ਹੋਊਗਾ ਤਾਂ ਓਵਰਲੈਪਿੰਗ ਹੋਣੀ ਆ, ਅਗਰ ਮੈਕਸਿਮਮ ਹੋਊਗਾ ਤਾਂ ਓਵਰਲੈਪਿੰਗ ਨਹੀਂ ਹੋਣੀ। ਅਗਰ ਮੈਂ ਗੱਲ ਕਰਾਂ ਇਹਨਾਂ ਸਮੀਰ ਤੇ ਵਿਜੇ ਵਿੱਚ ਟੋਟਲ 8% ਆ, 8% ਆਪਾਂ ਇੱਧਰ ਨੂੰ ਕਾਊਂਟ ਕਰਾਂਗੇ 1 2 3 4 5 6 7 और 8, ਤਾਂ ਆਪਣੇ ਕੋਲੇ ਵਿਜੇ ਇੱਧਰ ਆਊਗਾ। अगर कोई स्टूडेंट ये सोच रहा है कि 1 2 3 4 5 समीर इधर, 1 2 3 4 5 6 7 8 इधर विजय, ਆਪਾਂ ਇਦਾਂ ਬਣਾ ਸਕਦੇ ਆ, ਬਟ ਇਦਾਂ ਕਾਊਂਟ ਕਰਾਂਗੇ ਤਾਂ ਮੈਕਸਿਮਮ ਵੈਲਿਊ ਆਗੀ, ਮਿਨੀਮਮ ਨਹੀਂ ਆਊਗੀ, ਕਿਉਂਕਿ ਆਪਾਂ ਇਹ ਪਰਸਨ ਅਲੱਗ-ਅਲੱਗ ਕਾਊਂਟ ਕਰ ਰਹੇ ਆ। ਇੱਥੇ ਆਪਾਂ ਉਹੀ ਪਰਸਨ ਸੇਮ ਕਾਊਂਟ ਕਰ ਰਹੇ ਆ। ਸਮਝ ਆਈ ਗੱਲ। ਅਗਰ ਮੈਂ ਗੱਲ ਕਰਾਂ ਅੱਗੇ ਦੀ, ਤਾਂ ਅੱਗੇ ਲਿਖਿਆ ਹੋਇਆ 3% ਹੈਗਾ ਵਿਜੇ ਤੋਂ ਅੱਗੇ, ਤਾਂ 1 2 3 ਵਿਜੇ ਤੋਂ 3% ਅੱਗੇ। ਅੱਗੇ ਲਿਖਿਆ ਹੋਇਆ 19% ਬਿਹਾइंड ਦਾ ਰਾਜ ਦੇ ਬਿਹਾइंड ਨੇ, ठीक है ना। अगर मैं गल कर राज के बिहाइंड है, तो किसी स्टूडेंट को ऐसा इधर डाउट हो सकता कि सर बिहाइंड सानू ही पता कि इधर बिहाइंड है या इधर बिहाइंड है राज के, है ना, हो सकता दिमाग में इदां आवे। तो सारे बच्चे ध्यान नाल समझो, 1 2 3 4 5 6 इधर बंदे ने, 1 2 3 4 5 6 ही बंदे इधर ने। तो राज जिहड़ा हैगा वो प्रॉपरली मिडल च, चाहे तुसीं लैफ्ट लवो चाहे राइट लवो, कोई फर्क नहीं पऊगा, ठीक है। तो उहदे बिहाइंड किन्ने परसेंट आ 19, तो 19 ਦੇ ਵਿੱਚ ਆਪਣੇ ਕੋਲੇ 6% ਤਾਂ ਆਹੀ ਬੈਠੇ ਨੇ, 6% ਤਾਂ ਇੱਥੇ ਹੀ ਬੈਠੇ ਹੋਏ ਨੇ। ਤਾਂ ਇਸ ਤੋਂ ਅੱਗੇ ਕਿੰਨੇ ਬੰਦੇ ਬੈਠੇ ਆ ਉਰੇ, ਇਸ ਤੋਂ ਅੱਗੇ ਬੰਦੇ ਬੈਠੇ ਆ ਟੋਟਲ 13, ਕਿਉਂਕਿ 13 ਔਰ 6 ਕਰਾਂਗੇ ਤਾਂ ਹੀ ਤਾਂ 19 ਆਊਗਾ। ਤਾਂ ਟੋਟਲ ਨੰਬਰ ਆਫ ਪਰਸਨ ਕਿੰਨੇ ਹੋ ਗਏ, ਸਾਰੇ ਬੱਚੇ ਕਾਊਂਟ ਕਰ ਲਓ ਇੱਥੋਂ, 1 2 3 4 5 6 7 8 9 10 11 12 13, 13% ਇਹ 13% ਪਿੱਛੇ ਨੇ, ਤਾਂ 13 + 13 टोटल नंबर ऑफ पर्सन कितने 26। ਤਾਂ ਇਹਦਾ ਕੁਐਸਚਨ ਕਿੰਨਾ ਆਊਗਾ, ਆਨਸਰ 26 ਆਊਗਾ। 9 नंबर क्वेश्चन के ऊपर चलते हैं। क्वेश्चन नंबर 9, 4 person P Q R S are working in the same company, the sum of the income of P and Q, ਜਿਹੜੀ ਆਪਣੇ ਕੋਲੇ P ਤੇ Q ਦੀ ਸਮ ਹੈ ਇਨਕਮ ਦਾ, ਉਹ ਗ੍ਰੇਟਰ ਦੈਨ ਹੈ ਕਿਸ ਤੋਂ, R S ਟੂਗੇਦਰ ਤੋਂ, R ਤੇ S ਤੋਂ ਜ਼ਿਆਦਾ ਹੈਗਾ, ਠੀਕ ਹੈ, ਦੋਨਾਂ ਦੇ ਸਮ ਤੋਂ। ਅੱਗੇ ਲਿਖਿਆ ਹੋਇਆ ਸਮ ਆਫ ਦਾ P and R, ਜਿਹੜਾ ਸਮ ਹੈਗਾ P and R ਦਾ, ਅੱਗੇ ਕੀ ਲਿਖਿਆ, ਸਮ ਇਜ਼ ਇਕੁਅਲ ਟੂ ਦਾ Q and S, ਇਹ ਸਮ ਬਿਲਕੁਲ ਬਰਾਬਰ ਹੈ ਕਿਹਦੇ, Q and S ਦੇ ਬਰਾਬਰ ਆ। P earns half as much the sum of the income Q and S, Q S ਦਾ ਜਿੰਨਾ ਵੀ ਸਮ ਹੈਗਾ, ਅਗਰ ਉਹਨੂੰ ਆਪਾਂ ਹਾਫ ਕਰ ਦਈਏ ਤਾਂ ਉਹ P ਦੇ ਬਰਾਬਰ ਆ ਜਾਊਗਾ, ਠੀਕ ਹੈ। ਅਗਰ ਮੈਂ ਗੱਲ ਕਰਾਂ ਇੱਥੋਂ ਹੀ ਸਿੰਪਲੀ, ਤਾਂ ਆਪ ਸਾਰੇ ਬੱਚੇ ਚੈੱਕ ਕਰ ਸਕਦੇ ਆ Q S ਦੀ ਵੈਲਿਊ ਕਿਹਦੇ ਬਰਾਬਰ ਆਊਗੀ, 2P। ਇਹ ਵੈਲਿਊ ਨੂੰ ਚੱਕ ਕੇ ਆਪਾਂ ਇੱਧਰ ਲਿਖ ਸਕਦੇ ਆ, ਤਾਂ ਇਹ ਡਾਟਾ ਕਿਹਦੇ ਬਰਾਬਰ ਆਊਗਾ ਕਿ P + R ਜਿਹੜਾ ਹੈਗਾ ਉਹ ਆਪਣੇ ਕੋਲੇ ਕਿਹਦੇ ਬਰਾਬਰ ਹੋ ਜਾਊਗਾ, 2P। ਤਾਂ P ਇੱਕ ਜਾ ਕੇ ਮਾਈਨਸ ਕਰਾਂਗੇ ਤਾਂ Q = ਕੀ ਹੋ ਜਾਊਗਾ, P। ਅਗਰ Q = ਆਪਣੇ ਕੋਲੇ ਇੱਥੇ क्वेश्चन नंबर 9 की गल करिए, 4 person P Q R S are working in the same company, the sum of the income of P and Q, the sum is more than that of the R and S together, is more than that of the R and S together, the sum of the income of P and R, P plus R, that is the same as the sum of the income of Q and S, ये इक्वल टू किदे, Q S ਦੇ ਬਰਾਬਰ, ठीक है। ਤਾਂ ਅੱਗੇ ਲਿਖਿਆ ਹੋਇਆ P, ਜੋ P ਦੇ ਕੋਲੇ ਵੈਲਿਊ ਜਿਹੜੀ ਆ, P ਕੋਲੇ ਹਾਫ ਵੈਲਿਊ ਹੈ ਕਿਹਦੇ ਸਮ ਦੀ, Q S ਦੀ। ਅਗਰ ਮੈਂ Q S ਨੂੰ ਐਡ ਕਰਕੇ ਇਹਦਾ ਹਾਫ ਕਰਦਾ ਤਾਂ P ਦੇ ਬਰਾਬਰ ਆਊਗਾ। ਅਗਰ ਇਹਦੇ ਬਰਾਬਰ ਆਊਗਾ ਤਾਂ ਪੁੱਛਿਆ ਗਿਆ ਹਾਈਐਸਟ ਇਨਕਮ ਕਿਸ ਪਰਸਨ ਦੀ ਹੋ ਸਕਦੀ ਹੈ, ਸਿੰਪਲੀ ਕ੍ਰਾਸ ਮਲਟੀਪਲਾਈ ਕਰਕੇ ਚੈੱਕ ਕਰੋ, ਤਾਂ ਆਪਣੇ ਕੋਲੇ Q S ਦੇ ਬਰਾਬਰ ਆ ਜਾਊਗਾ 2P। ਔਰ ਇਸ ਵੈਲਿਊ ਨੂੰ ਚੱਕ ਕੇ ਸਿੰਪਲ ਆਪਾਂ ਇਸ ਵੈਲਿਊ 'ਚ ਫਿਲ ਕਰਾਂਗੇ ਤਾਂ ਡਾਟਾ ਕੀ ਆਊਗਾ ਇੱਧਰੋਂ, P + R = 2P। ਇੱਕ P ਆਪਣੇ ਕੋਲੇ ਇਸ ਵਿੱਚ ਮਾਈਨਸ ਹੋ ਜਾਊਗਾ ਤਾਂ R = ਕੀ ਹੋ ਜਾਊਗਾ, P। अगर R = P हैगा तो अपने को ये डाटा कैंसल आउट हो गया, क्योंकि R ही तो P के बराबर आ। अगर R P के बराबर आ तो Q > S हो गया प्रॉपरली। ये इस क्वेश्चन का आंसर की हो जाएगा, सेकंड ऑप्शन, क्लियर। तो Q अपने को की हो जाएगा, डेफिनेटली ग्रेटर हो जाएगा, क्योंकि P R तो अपने को बराबर आ गई, क्लियर डाटा। आई होप सारे ये क्वेश्चन समझ आया। नैक्सट क्वेश्चन नंबर से चलते हैं, क्वेश्चन नंबर 10, द नंबर ऑफ लीप ईयर फ्रॉम 1801 to 2000। ਜਦੋਂ ਵੀ ਆਪਣੇ ਕੋਲੇ ਇਹਦੀ ਲੀਪ ਈਅਰ ਦੀ ਗੱਲ ਕਰਦੇ ਆ ਤਾਂ ਹਮੇਸ਼ਾ ਯਾਦ ਰੱਖੋ ਇੱਥੋਂ ਦੀ ਲੈ ਕੇ ਇੱਥੇ ਤੱਕ ਟੋਟਲ ਆਪਣੇ ਕੋਲੇ ਕਿੰਨੇ ਸਾਲ ਕਵਰ ਹੋ ਗਏ, ਟੋਟਲ 200। ਤਾਂ 200 ਨੂੰ ਡਿਵਾਈਡ ਬਾय 4 ਕਰਾਂਗੇ
ਤਾਂ ਆਪਣੇ ਕੋਲੇ ਲੀਪ ਈਅਰ ਆਣਗੇ 50, ਬਟ 50 ਇਹਦਾ ਆंसर ਨਹੀਂ ਹੈਗਾ। ਕਿਉਂ ਨਹੀਂ ਆंसर? ਕਿਉਂਕਿ 50 ਲੀਪ ਈਅਰ ਤਾਂ ਆ ਗਏ 4 ਸਾਲ ਬਾਅਦ ਰਿਪੀਟ ਹੁੰਦਾ। ਲੀਪ ਈਅਰ ਉਹ ਹੁੰਦਾ ਜਿਹੜਾ ਆਪਣੇ ਕੋਲੇ 4 ਨਾਲ ਡਿਵਾਈਡ ਹੁੰਦਾ। ਬਟ ਅਗਰ ਮੈਂ ਗੱਲ ਕਰਾਂ, ਜਦ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਲਿਖ ਲੈਂਦੇ, ਇਹਦੇ ਵਿੱਚ 19 ਤੇ ਨਾਲ 00, ਇਹਦੇ ਵਿੱਚ ਆਪਣੇ ਕੋਲੇ ਇਹ ਵੀ ਤਾਂ ਸਾਲ ਆਣਾ। ਜਦੋਂ ਆਪਣੇ ਕੋਲੇ ਐਵੇਂ ਦਾ ਸਾਲ ਆਵੇ 19 ਦੇ ਨਾਲ 00, ਤਾਂ ਉਹਨੂੰ ਆਪਾਂ ਸੈਂਚਰੀ ਬੋਲਦੇ ਹਾਂ। ਇਸ ਚੀਜ਼ ਨੂੰ ਯਾਦ ਰੱਖਣਾ। ਔਰ ਸੈਂਚਰੀ ਨੂੰ ਆਪਾਂ ਡਿਵਾਈਡ ਬਾਈ 4 ਨਹੀਂ ਕਰਦੇ, ਸੈਂਚਰੀ ਨੂੰ ਡਿਵਾਈਡ ਬਾਈ 400 ਕਰਦੇ ਹਾਂ। ਅਗਰ 400 ਨਾਲ ਡਿਵਾਈਡ ਹੋ ਗਿਆ ਤਾਂ ਲੀਪ ਈਅਰ ਹੈ, ਨਹੀਂ ਤਾਂ ਨਹੀਂ ਹੈ। ਠੀਕ ਹੈ, ਇਹ 400 ਨਾਲ ਡਿਵਾਈਡ ਨਹੀਂ ਹੋ ਰਿਹਾ ਤਾਂ ਇਹ ਲੀਪ ਈਅਰ ਇੱਥੇ ਨਹੀਂ ਹੋਗਾ। ਅਗਰ ਮੈਂ ਗੱਲ ਕਰਾਂ ਇੱਥੋਂ ਪ੍ਰੋਪਰਲੀ 2000 ਦੀ, 2000 ਆਪਣੇ ਕੋਲੇ ਅਗਰ ਮੈਂ ਗੱਲ ਕਰਾਂ ਤਾਂ 2000 ਨੂੰ ਅਗਰ ਆਪਾਂ 400 ਨਾਲ ਡਿਵਾਈਡ ਕਰਾਂਗੇ ਤਾਂ ਇਹ ਪ੍ਰੋਪਰਲੀ ਡਿਵਾਈਡ ਹੋ ਰਿਹਾ, ਤਾਂ ਮਤਲਬ ਇਹ ਲੀਪ ਈਅਰ ਆਪਾਂ ਕਾਊਂਟ ਕਰਾਂਗੇ। ਮਤਲਬ 1900 ਵਾਲਾ ਜਿਹੜਾ ਸੀ ਉਹ ਆਪਾਂ ਫालतू ਇਹਦੇ ਵਿੱਚ ਐਡ ਕੀਤਾ, ਤਾਂ ਉਹਨੂੰ ਆਪਾਂ ਇਗਨੋਰ ਕਰਾਂਗੇ, ਤਾਂ ਕਰੈਕਟ ਆंसर 49 ਆਊਗਾ। ਦਿਸ ਇਜ਼ ਦਾ ਰਾਈਟ ਆंसर, ਨਨ ਆਫ ਦਿਸ। ਕਲੀਅਰ? आई होप सारे ਨੂੰ ਇਹ क्वेश्चन समझ आया। क्वेश्चन नंबर 11 ਦੇ ਉੱਪਰ ਚੱਲਦੇ ਹਾਂ। क्वेश्चन नंबर 11 ਦੀ ਗੱਲ ਕਰੀਏ ਤਾਂ ਕੋਡਿੰਗ ਡੀਕੋਡਿੰਗ ਦੇ ਉੱਪਰ ਕਾਫੀ ਵਧੀਆ क्वेश्चन ਪੁੱਛਿਆ ਗਿਆ ਇਸ ਬਾਰੇ ਇਹਨਾਂ ਨੇ। ਠੀਕ ਹੈ, ਅਗਰ ਮੈਂ ਗੱਲ ਕਰਾਂ ए ਦੀ ਤਾਂ ए और E ਤੋਂ ਕਾਫੀ ਜ਼ਿਆਦਾ ਹੈਲਪ ਹੋ ਰਹੀ ਹੈ। C ਤੋਂ ਵੀ ਆਪਾਂ ਨੂੰ ਹੈਲਪ ਹੋ ਜਾਊਗੀ। ਮੈਂ ਦੱਸਦਾ ਕਿਵੇਂ ਹੈਲਪ ਹੋ ਸਕਦੀ ਆ। ਅਗਰ ਮੈਂ ਗੱਲ ਕਰਾਂ ACE, ਤਾਂ ਸਾਰੇ ਬੱਚਿਆਂ ਨੂੰ ਪਤਾ ਕਿ ਇੱਥੋਂ ਦੀ ਇੱਥੇ ਤੱਕ 2 ਨੰਬਰ ਵੱਧਦੇ ਪਏ, 2 ਨੰਬਰ ਵੱਧਦੇ ਪਏ ਆ। ਇੱਥੋਂ ਚੈੱਕ ਕਰੋ 2 ਨੰਬਰ ਘਟਦੇ ਪਏ ਆ। ਸਮਝ ਆਈ ਕਹਾਣੀ? ਫਿਰ ਐਦਾਂ ਦਾ ਕੋਈ ਨੰਬਰ ਚੱਕੋ ਜਿਹੜਾ ਤੁਹਾਨੂੰ ਡਾਇਰੈਕਟਲੀ ਪਤਾ ਹੋ ਜਾਏ ਕਿ ਇਹ ਆਪਣੇ ਕੋਲੇ ਡਾਇਰੈਕਟ ਰਿਲੇਸ਼ਨ ਬਣਾਊਗਾ। ਜੈਸੇ ਜਿਵੇਂ ਕਿ ਆਪਣੇ ਕੋਲੇ L ਹੈਗਾ, ਫਿਰ ਆ ਗਿਆ M ਨੰਬਰ ਆਪਣੇ ਕੋਲੇ M से N ਜਾਂਦੇ ਜਾਂਦੇ 1 ਨੰਬਰ का ग्रोथ होगा। 1 ਨੰਬਰ ਦਾ ग्रोथ देखो, 1 ਨੰਬਰ ਘਟ ਗਿਆ। L ਤੋਂ M ਆਂਦੇ ਆਂਦੇ 1 ਨੰਬਰ ਵਧੂਗਾ, ਤਾਂ ਇੱਥੋਂ ਦੇਖੋ 1 ਨੰਬਰ ਘਟ ਗਿਆ। ਤਾਂ ਮਤਲਬ ਸਮਝ ਆ ਰਿਹਾ ਕਿ ਆਪਣੇ ਕੋਲੇ ਜਿਹੜੇ ਅਲਫਾਬੈਟ ਲਿਖੇ ਹੋਏ ਆ ਇਹ ਡਿਕਰੀਜ਼ਿੰਗ ਆਰਡਰ ਵਿੱਚ ਨੇ, ਔਰ A ਦੀ ਵੈਲਿਊ ਕਿੰਨੀ ਕੰਸੀਡਰ ਕਰ ਰਹੇ ਨੇ ਇਹ 13 ਨੰਬਰ। ਤਾਂ ਹੀ ਤਾਂ C ਆਪਣੇ ਕੋਲੇ 11 ਆਊਗਾ, E ਆਪਣੇ ਕੋਲੇ 9 ਆਊਗਾ। ਸਮਝ ਆਈ ਨਾ ਗੱਲ ਯਾਦ ਪ੍ਰੋਪਰਲੀ? ਇਹ ਮਾਈਨਸ ਮਾਈਨਸ ਹੁੰਦੇ ਜਾ ਰਹੇ ਨੇ। ਮਤਲਬ A ਨੂੰ ਇਹਨਾਂ ਨੇ ਹੱਥੇ ਟੋਟਲ 13 ਨੰਬਰ ਲਿਆ। ਅਗਰ ਮੈਂ ਗੱਲ ਕਰਾਂ B ਦੀ ਤਾਂ 12 ਨੰਬਰ, C ਦੀ ਗੱਲ ਕਰਾਂ 11 ਨੰਬਰ, ਤਾਂ ਇਹ ਇਦਾਂ ਡਾਟਾ ਚੱਲੇਗਾ ਪ੍ਰੋਪਰ। ਠੀਕ ਹੈ, ਅਗਰ ਆਪਾਂ ਗੱਲ ਕਰੀਏ ਇੱਥੋਂ B ਦੀ, ਤਾਂ B ਦਾ ਨੰਬਰ ਕਿੰਨਾ ਆਊਗਾ 12, ਤਾਂ 12 ਨੰਬਰ ਦੇਖੋ ਪਹਿਲੇ ਡਾਟੇ ਵਿੱਚ ਆਪਾਂ ਨੂੰ ਸਾਰਿਆਂ ਵਿੱਚ ਦਿਖ ਗਿਆ। ਠੀਕ ਹੈ, ਅਗਰ ਮੈਂ ਗੱਲ ਕਰੂੰ ਇੱਥੇ ਸਿੱਧਾ ਫਿਰ ਜਿਹੜੇ ਨੰਬਰ ਕਲੋਜ਼ ਨੇ ਸਿੱਧਾ ਡਾਇਰੈਕਟ ਪਤਾ ਹੋ ਰਿਹਾ, ਉਹ ਦੇਖੋ ਸਿੰਪਲ ਆਪਾਂ ਨੂੰ ਪਤਾ ਲੱਗ ਜਾਣਗੇ। ਜੈਸੇ ਜਿਵੇਂ A ਲਿਖਿਆ ਤਾਂ A ਦਾ ਨੰਬਰ 13 ਆਊਗਾ, ਕਲੀਅਰ ਹੈ। C ਦਾ ਨੰਬਰ ਕਿੰਨਾ ਆਊਗਾ 11 ਆਊਗਾ, ਇਹ ਕਲੀਅਰ ਹੈ। ਇਹ 'ਚ ਕੋਈ ਕਨਫਿਊਜ਼ਨ ਨਹੀਂ ਦਊਗਾ ਐਜੂਕੇਟਰ, ਕੋਈ ਵੀ ਤੁਹਾਨੂੰ ਟੀਚਰ, ਕਿਉਂਕਿ ਉਹਨੂੰ ਪਤਾ ਕਿ ਇਹ ਬੱਚੇ ਜਲਦੀ ਪਿਕ ਕਰ ਲੈਣਗੇ। ਠੀਕ ਹੈ ਨਾ। ਪੰਗਾ ਇਸ ਤੋਂ ਅੱਗੇ ਦਾ ਹੋਊਗਾ। ਪੰਗਾ ਇਸ ਤੋਂ ਅੱਗੇ ਦਾ ਕਿਵੇਂ ਹੋਊਗਾ ਮੈਂ ਸਮਝਾ ਦਿੰਦਾ ਪ੍ਰੋਪਰਲੀ। ਅਗਰ ਮੈਂ ਗੱਲ ਕਰਾਂ ਇੱਥੋਂ K ਦੀ, ਇੱਥੇ ਆਪਣੇ ਕੋਲੇ K ਆ ਰਿਹਾ, ਤਾਂ K ਦੇ ਵਿੱਚ ਆਪਾਂ ਨੂੰ ਡਾਟਾ ਪਤਾ ਚੱਲ ਗਿਆ, ਜਾਂ ਤਾਂ 4 ਹੋਊਗਾ ਜਾਂ ਤਾਂ 3 ਹੋਊਗਾ। ਤਾਂ ਇਹ ਪਤਾ ਕਿੱਦਾਂ ਲੱਗੂਗਾ ਸਰ ਹੁਣ ਇੱਥੇ ਨੰਬਰ ਕਿਹੜਾ ਆ ਰਿਹਾ? ਜਾਂ ਤਾਂ ਜਲਦੀ ਕਿਆ ਕਰੋ ਕਿ ਆਪਾਂ ਸਾਰੇ ਬੱਚੇ ਨਾ ਇਹਨੂੰ ਨੋਟ ਕਰ ਲਓ ਪ੍ਰੋਪਰਲੀ, ਜਾਂ ਤਾਂ ਕਿਆ ਕਰੋ ਸਾਰੇ ਬੱਚੇ ਇਹਨੂੰ ਜਲਦੀ ਨੋਟ ਕਰ ਲਓ। ਸਭ ਤੋਂ ਵਧੀਆ ਤਰੀਕਾ ਤਾਂ ਇਹੀ ਹੋਊਗਾ ਕਿ ਜਿਵੇਂ ਆਪਣੇ ਕੋਲੇ ਇੱਥੇ J ਹੋਊਗਾ, ਫਿਰ K ਆਊਗਾ, ਹਨਾ। ਆ ਸਾਰੇ ਬੱਚੇ ਦੇਖੋ 13 12 11, ਫਿਰ ਆਊਗਾ 10, ਫਿਰ 9, ਫਿਰ 8, ਫਿਰ 7, ਫਿਰ 6, ਫਿਰ 5, ਫਿਰ ਇਹਦਾ ਨੰਬਰ ਆਪਣੇ ਕੋਲੇ 4 ਆਊਗਾ। ਠੀਕ ਹੈ, ਬਟ ਫਿਰ ਵੀ ਮੈਂ ਤੁਹਾਨੂੰ ਫਿਰ ਵੀ ਕਹੂੰਗਾ ਕਿ ਹਰ ਇੱਕ ਬੱਚਾ ਇਹਨੂੰ ਪ੍ਰੋਪਰਲੀ ਲਿਖ ਹੀ ਲਓ। ਠੀਕ ਹੈ, ਰੈਦਰ ਦੈਨ ਕੋਈ ਸ਼ਾਰਟਕਟ ਵਾਟਕਟ ਤੋਂ ਤੁਸੀਂ ਲਿਖ ਲਓਗੇ ਤਾਂ ਹੀ ਬਿਹਤਰ ਹੋਊਗਾ। ਅਗਰ ਕੋਈ ਬੱਚਾ ਲਿਖਣਾ ਨਹੀਂ ਚਾਹੁੰਦਾ, ਅਗਰ ਕੋਈ ਸਟੂਡੈਂਟ ਇਹਦਾ ਲਿਖਣਾ ਨਹੀਂ ਚਾਹੁੰਦਾ, ਤਾਂ ਇਹਦੇ ਵਿੱਚ ਇੱਕ ਸ਼ਾਰਟਕਟ ਹੈ। ਜੈਸੇ 13 ਹੈ, 13 ਵਿੱਚ 1 ਨੰਬਰ ਐਡ ਕਰ ਦਿਓ, ਕਿੰਨਾ ਹੋ ਜਾਊਗਾ 14। 1 ਨੰਬਰ ਕਿਹੜਾ? A ਦਾ ਨੰਬਰ 1 ਹੁੰਦਾ। ਅਗਰ ਮੈਂ ABC ਦੀ ਗੱਲ ਕਰਾਂ ABC2 ਐਦਾਂ ਕਰਕੇ 1 2 3 4 5 26 ਤੱਕ ਵਰਡ ਜਾਣਗੇ। ਜਿਵੇਂ B ਦਾ ਨੰਬਰ ਕਿੰਨਾ ਹੁੰਦਾ 2, 2 ਤੇ 12 ਕਿੰਨਾ ਹੋ ਗਿਆ ਟੋਟਲ 14। C ਦਾ ਨੰਬਰ 3, 3 ਤੇ 11 14। ਅਗਰ ਮੈਂ K ਦੀ ਗੱਲ ਕਰਾਂ, K ਦਾ ਨੰਬਰ ਕਿੰਨਾ ਆਊਗਾ 11, ਤੇ ਇਹਦਾ ਨੰਬਰ 3 ਹੀ ਆਊਗਾ। 11 ਵਿੱਚ ਮੈਂ ਕੀ ਐਡ ਕਰਾਂ, ਇੱਥੇ 14 ਬਣ ਜੇ 3, ਤਾਂ ਇੱਥੇ ਆਪਣੇ ਕੋਲੇ K ਦਾ ਨੰਬਰ 3 ਆਇਆ ਹੋਊਗਾ। ਤਾਂ ਡੈਫੀਨੇਟਲੀ K ਦਾ ਨੰਬਰ ਇੱਥੇ 3 ਹੋਊਗਾ। ਕਲੀਅਰ ਹੈ? ਹੁਣ ਹੋ ਸਕਦਾ ਕਿਸੇ ਨੂੰ ਐਵੇਂ ਲੱਗੇ ਯਾਰ ਇਹ 11 ਕਿਵੇਂ ਯਾਦ ਹੋ ਗਿਆ, ਹਨਾ। ਤਾਂ 11 ਯਾਦ ਕਰਨਾ ਪੈਣਾ ਤੁਹਾਨੂੰ, ਕੋਡਿੰਗ ਡੀਕੋਡਿੰਗ ਸਿੱਖਣੀ ਪੈਣੀ ਆ। ਜਿਵੇਂ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਦਿੰਦਾ, K ਦਾ ਮਤਲਬ ਹੈ ਕਿੰਗਸ 11 ਪੰਜਾਬ। ਕਿੰਗਸ 11 ਤੋਂ ਪਤਾ ਚੱਲ ਜਾਊਗਾ 11 ਨੰਬਰ ਹੈ। ਸਮਝ ਆਈ ਕਹਾਣੀ? ਜਿਵੇਂ G7 ਗਰੁੱਪ, T20 ਵਰਲਡ ਕੱਪ, ਅੰਡਰ 21 ਵਰਲਡ ਕੱਪ, ਰਾਈਟ ਟੂ ਵੋਟ 18 ਹੁੰਦੀ ਹੈ। ਏਦਾਂ ਸਾਰੀ ABC ਮੈਂ ਯਾਦ ਕਰਾ ਸਕਦਾ, ਬਟ ਹਲੇ ਲਈ ਸਿਰਫ ਇੰਨਾ ਯਾਦ ਕਰ ਲਓ, ਬਾਕੀ ਆਪਾਂ ਅੱਗੇ ਜਾ ਕੇ ਇਹਨਾਂ ਨੂੰ ਪੜਾਂਗੇ ਪ੍ਰੋਪਰਲੀ। ਤਾਂ ਆਪਣੇ ਕੋਲੇ ਕਨਫਰਮ ਹੋ ਚੁੱਕਿਆ ਇੱਥੋਂ ਕਿ ਜਿਹੜਾ K ਦਾ ਨੰਬਰ ਹੈਗਾ ਉਹ 3 ਹੈਗਾ। ਹੁਣ R ਦਾ ਨੰਬਰ ਕਿੰਨਾ ਹੁੰਦਾ ਆਪਣੇ ਕੋਲੇ ਟੋਟਲ, ਇੱਥੋਂ 18 ਹੁੰਦਾ। R ਦਾ ਨੰਬਰ ਕਿੰਨਾ ਹੁੰਦਾ 18 ਹੁੰਦਾ ਟੋਟਲ, 18 ਰਾਈਟ ਟੂ ਵੋਟ। ਇਹ ਚੋਂ ਆਪਾਂ 4 ਮਾਈਨਸ ਕਰਾਂਗੇ, ਫਿਰ ਜਾ ਕੇ 14 ਨੰਬਰ ਬਣੂਗਾ ਨਾ। 14 ਕਿਉਂ? ਮੈਂ ਹੁਣੀ ਦੱਸ ਕੇ ਹਟਿਆ ਲੌਜੀਕ ਹੈ ਜੀ। ਠੀਕ ਹੈ,
टी ਦਾ ਨੰਬਰ 20 ਹੁੰਦਾ, ਇੱਥੋਂ ਆਪਾਂ -6 ਕਰਾਂਗੇ। E ਦਾ ਨੰਬਰ ਆਪਣੇ ਕੋਲੇ 5 ਹੁੰਦਾ, ਇੱਥੇ ਆਪਾਂ ਐਡ ਕਰਾਂਗੇ, ਕਿੰਨੇ ਐਡ ਕਰਾਂਗੇ 9 ਨੰਬਰ ਐਡ ਕਰਾਂਗੇ। C ਦਾ ਨੰਬਰ ਆਪਣੇ ਕੋਲੇ 3 ਹੁੰਦਾ, ਇੱਥੇ 11 ਐਡ ਕਰਾਂਗੇ। ਇਹਦਾ ਨੰਬਰ 1 ਹੁੰਦਾ, ਇੱਥੇ 13 ਐਡ ਕਰਾਂਗੇ। ਇਹਦਾ ਨੰਬਰ 2 ਹੁੰਦਾ, ਇੱਥੇ 12 ਐਡ ਕਰਾਂਗੇ। ਤਾਂ ਇਹ ਲੌਜਿਕ ਬਣੂਗਾ 12 -4 13 11 3 12 -4 13 11 3 ਤੇ 9 -6। तो ਮੇਰੇ ਹਿਸਾਬ ਨਾਲ ਤਾਂ ਇਹਦਾ ਆਂਸਰ ਇੱਥੇ ਪ੍ਰੋਪਰਲੀ ਇਹੀ ਬਣਦਾ ਪਿਆ। ठीक है 6 नहीं है, सॉरी ਇੱਥੇ ਇਹ ਨਹੀਂ ਬਣੂਗਾ, 6 ਲਾਸਟ ਵਾਲੇ ਚ ਸੀਗਾ। ठीक है 12 4 13 11 3 9 6 ਹਾਂ ਠੀਕ ਹੈ, ਬਿਲਕੁਲ ਇਹ ਆਂਸਰ ਬਿਲਕੁਲ ਸਹੀ ਹੈ। ਕੁਐਸਚਨ ਨੰਬਰ 12 ਦੇ ਉੱਪਰ ਚੱਲਦੇ ਹਾਂ। ਕੁਐਸਚਨ ਨੰਬਰ 12 ਦੀ ਗੱਲ ਕਰੀਏ ਤਾਂ ਇਹ ਸੀਰੀਜ਼ ਬਹੁਤ ਹੀ ਜ਼ਿਆਦਾ ਵਧੀਆ ਪੁੱਛੀ ਗਈ ਹੈ ਪੇਪਰ ਦੇ ਅੰਦਰ। ਅਗਰ ਮੈਂ ਨਾਰਮਲੀ ਗੱਲ ਕਰਾਂ ਤਾਂ ਮੈਕਸਿਮਮ ਬੱਚੇ ਇਦਾਂ ਦੇ ਕੁਐਸਚਨ ਛੱਡ ਕੇ ਆਏ ਹੋਣੇ ਆ, ਬਟ ਅਗਰ ਤੁਸੀਂ ਕਦੇ ਵੀ ਸੀਰੀਜ਼ ਫਿਊਚਰ ਲਈ ਤਿਆਰੀ ਕਰਦੇ ਹੋ ਤਾਂ ਹਮੇਸ਼ਾ ਯਾਦ ਰੱਖੋ ਸੀਰੀਜ਼ ਨੂੰ 3 ਪਾਰਟਸ ਵਿੱਚ ਡਿਵਾਈਡ ਕਰ ਲਓ, ਤਾਂ ਕਿ ਤੁਹਾਨੂੰ ਪਤਾ ਹੀ ਲੱਗ ਜਾਏ ਦੇਖਦੇ ਹੋਏ ਕਿ ਇਹਦੇ ਵਿੱਚ ਸੀਰੀਜ਼ 'ਚ ਇਹੀ ਰੋਲ ਹੋਣਾ ਹੀ ਹੋਣਾ ਅਗਰ ਤੁਹਾਨੂੰ ਡਾਇਰੈਕਟ ਆਂਸਰ ਨਹੀਂ ਮਿਲ ਰਿਹਾ ਤਾਂ। ਜਿਵੇਂ ਮੈਂ ਐਗਜ਼ਾਮਪਲ ਦਿੰਨਾ, ਸਭ ਤੋਂ ਪਹਿਲਾ ਅਪਰੋਚ ਹੁੰਦਾ ਆਪਣੇ ਕੋਲੇ ਇਹਦਾ ਗੈਪ ਚੱਕੋ ਕਿੰਨਾ ਆਊਗਾ 15, ਇਹਦਾ ਗੈਪ ਪਿਕ ਕਰੋ, ਇਹਦਾ ਕਿੰਨਾ ਆਊਗਾ 22, ਤਾਂ ਇਹਦਾ ਗੈਪ ਆਪਾਂ ਪਿਕ ਨਹੀਂ ਕਰ ਸਕਦੇ। ਫਿਰ ਆਪਾਂ ਇਹਦਾ ਗੈਪ ਪਿਕ ਕਰ ਲਓ 7, ਇਹਦਾ ਗੈਪ ਪਿਕ ਕਰ ਲਓ ਇਹਦਾ ਡਬਲ ਜਾਂ ਟ੍ਰਿਪਲ, ਜੋ ਤੁਹਾਨੂੰ ਠੀਕ ਲੱਗਦਾ ਉਸ ਦੇ ਅਕੋਰਡਿੰਗ ਪੇਪਰ ਅਕੋਰਡਿੰਗ। ਤਾਂ ਇਹ 14 ਅਕੋਰਡਿੰਗ ਚੈੱਕ ਕਰਕੇ ਦੇਖੋ, ਅਗਰ ਸੀਕੁਐਂਸ ਬਣ ਗਿਆ ਇਹਦਾ ਤਾਂ ਠੀਕ ਹੈ, ਨਹੀਂ ਬਣਿਆ ਤਾਂ ਆਂਸਰ ਗਲਤ ਆ ਗਿਆ। ਅਗਰ ਆਂਸਰ ਗਲਤ ਆਇਆ ਤਾਂ ਇਹਦਾ ਦੂਸਰਾ ਸੀਕੁਐਂਸ ਹੋਊਗਾ, ਦੂਸਰਾ ਸੀਕੁਐਂਸ ਹੋਊਗਾ ਸਕੁਅਰ ਕਿਊਬ ਦਾ। ਜਿਵੇਂ ਆਪਣੇ ਕੋਲੇ ਇਹ ਆਪਣੇ ਕੋਲ ਦਿਖ ਰਿਹਾ ਕਿ 3 ਦਾ ਸਕੁਅਰ -2 ਹੈ, ਠੀਕ ਹੈ। ਫਿਰ ਆਪਣੇ ਕੋਲੇ ਨੰਬਰ ਦਿਖ ਰਿਹਾ ਟੋਟਲ, ਇਹ ਨੰਬਰ ਆਪਣੇ ਕੋਲੇ ਹੈਗਾ 5 ਦਾ ਸਕੁਅਰ -3। ਫਿਰ ਇਸ ਤੋਂ ਅੱਗੇ ਹੈਗਾ 7 ਦਾ ਸਕੁਅਰ, ਫਿਰ ਅੱਗੇ ਆਪਾਂ ਇਹਨੂੰ -4 ਕਰਾਂਗੇ। -4 ਕਰਨ ਤੇ 44 ਤਾਂ ਨਹੀਂ ਆ ਰਿਹਾ, -5 ਕਰਨ ਤੇ ਆਊਗਾ, ਤਾਂ ਇੱਥੇ ਆਪਾਂ ਲਿਖਾਂਗੇ 5, ਠੀਕ ਹੈ। ਅਗਰ ਤੁਸੀਂ ਇੰਨੀ ਕੀ ਐਗਜ਼ਾਮਪਲ ਪੜ੍ਹੀ ਤਾਂ ਆਪਾਂ ਨੂੰ ਪਤਾ ਚੱਲ ਗਿਆ ਕਿ ਯਾਰ ਸਕੁਅਰ ਤਾਂ ਬਣ ਰਿਹਾ, ਕਿਉਂਕਿ ਇਹਨੂੰ ਸੋਲਵ ਕਰਾਂਗੇ 7, ਇਹਨੂੰ ਸੋਲਵ ਕਰਾਂਗੇ 22, ਇਹਨੂੰ ਸੋਲਵ ਕਰਾਂਗੇ 44। ਬਟ ਇਸ ਤੋਂ ਅੱਗੇ ਕੀ ਕਰਾਂਗੇ, ਕੋਈ ਸਟੂਡੈਂਟ ਇਹਨੂੰ ਕੀ ਸੋਚ ਰਿਹਾ ਹੋਊਗਾ ਕਿ ਸਰ ਇਹ ਤਾਂ ਸਿੰਪਲ ਜੀ ਕਹਾਣੀ ਹੋ ਗਈ ਕਿ ਔਡ ਦਾ ਸਕੁਅਰ ਕੀਤਾ, ਔਡ ਨੰਬਰ ਮਾਈਨਸ ਕਰਤਾ। ਐਦਾਂ ਕੁਝ ਵੀ ਨਹੀਂ ਹੈ ਇਹਦੇ ਵਿੱਚ। ਐਗਜ਼ੈਕਟ ਫਾਰਮੈਟ ਕੀ ਆ, ਐਗਜ਼ੈਕਟ ਫਾਰਮੈਟ ਹੈਗਾ ਆਪਣੇ ਕੋਲੇ ਪ੍ਰਾਈਮ ਨੰਬਰ ਦਾ। ਮੈਂ ਉਹੀ ਤੁਹਾਨੂੰ ਦੱਸਣ ਲੱਗਿਆ, ਸੈਕਿੰਡ ਅਪਰੋਚ ਹੁੰਦੀ ਹੈ ਕਿ ਔਡ ਈਵਨ ਦਾ ਚੈੱਕ ਕਰੋ। ਥਰਡ ਅਪਰੋਚ ਐਂਡ ਲਾਸਟ ਅਪਰੋਚ ਇਜ਼ ਦੈਟ ਪ੍ਰਾਈਮ ਨੰਬਰ। ਅਗਰ ਤੁਸੀਂ ਇਹ ਸੀਕੁਐਂਸ ਤੇ ਨਹੀਂ ਯਾਦ ਕਰ ਲਏ, ਮੈਂ ਤੁਹਾਨੂੰ ਸ਼ੋਰਟੀ ਦਿੰਦਾ ਕਿ ਕੋਈ ਵੀ ਪੇਪਰ ਹੋਵੇ ਤੁਹਾਡੀ ਸੀਰੀਜ਼ ਦੇ ਸਾਰੇ ਕੁਐਸਚਨ ਆਟੋਮੈਟਿਕਲੀ ਬਣਨੇ ਸ਼ੁਰੂ ਹੋ ਜਾਣਗੇ, ਠੀਕ ਹੈ। ਪਹਿਲਾ ਗੈਪ, ਦੂਜਾ ਸਕੁਅਰ ਕਿਊਬ, ਤੀਜਾ ਹੈਗਾ ਪ੍ਰਾਈਮ ਨੰਬਰ, ਠੀਕ ਹੈ। ਪ੍ਰਾਈਮ ਨੰਬਰ ਦਾ ਸਕੁਅਰ ਕਿਊਬ ਵੀ ਹੋ ਸਕਦਾ, ਇਸ ਤੋਂ ਇਲਾਵਾ ਕੁਝ ਵੀ ਨਹੀਂ ਆਏਗਾ ਪੇਪਰ 'ਚ, ਠੀਕ ਹੈ। ਅਗਰ ਮੈਂ ਗੱਲ ਕਰਾਂ ਇਹਦੀ ਅਪਰੋਚ ਦੀ, ਤਾਂ ਇਸ ਤੋਂ ਅੱਗੇ ਨੰਬਰ ਆਪਣੇ ਕੋਲੇ ਪ੍ਰਾਈਮ ਨੰਬਰ ਕਿੰਨਾ ਹੋਊਗਾ 9, ਤਾਂ 9 ਦਾ ਸਕੁਅਰ। ਹੁਣ ਦੇਖੋ 2 3 5 ਇਹ ਵੀ ਪ੍ਰਾਈਮ ਨੰਬਰ ਨੇ, ਤਾਂ ਪ੍ਰਾਈਮ ਨੰਬਰ ਇੱਥੇ ਮਾਈਨਸ ਕਰਾਂਗੇ, ਨੈਕਸਟ 7 ਦੈਟ ਇਜ਼ ਇਕੁਅਲ ਟੂ, ਇਹਨੂੰ ਸੋਲਵ ਕਰਨ ਤੋਂ ਬਾਅਦ ਸੌਰੀ 9 ਇਜ਼ ਨਾਟ ਦਾ ਪ੍ਰਾਈਮ ਨੰਬਰ, ਤੇ ਇਸ ਤੋਂ ਅੱਗੇ ਵਾਲਾ ਪ੍ਰਾਈਮ ਨੰਬਰ ਹੋਊਗਾ 11 ਦਾ ਆਪਣੇ ਕੋਲੇ ਪ੍ਰਾਈਮ ਨੰਬਰ ਆ ਗਿਆ, ਠੀਕ ਹੈ। 11 ਦਾ ਸਕੁਅਰ ਹੋ ਗਿਆ 11, तो ਇੱਥੇ ਆਪਣੇ ਕੋਲੇ ਇਸ ਤੋਂ ਅੱਗੇ ਵਾਲਾ ਪ੍ਰਾਈਮ ਨੰਬਰ ਕਿੰਨਾ ਆਊਗਾ 7, ਤਾਂ 7 ਆਪਾਂ ਮਾਈਨਸ ਕਰਾਂਗੇ ਤਾਂ ਇਹ ਆਊਗਾ ਆਪਣੇ ਕੋਲੇ 114, ਦੈਟ ਇਜ਼ ਦਾ ਰਾਈਟ ਆਂਸਰ। ਇਸ ਤੋਂ ਅੱਗੇ ਵੀ ਚੈੱਕ ਕਰਨਾ ਚਾਹੋ ਕੋਈ ਸਟੂਡੈਂਟ ਇਸਕੋ ਇਹਨੂੰ ਚੈੱਕ ਕਰ ਸਕਦਾ, ਅੱਗੇ 13 ਦਾ ਸਕੁਅਰ ਮਾਈਨਸ 11 ਕਰਾਂਗੇ ਤਾਂ 150 ਹੈ, ਦੈਟ ਇਜ਼ ਦਾ ਰਾਈਟ ਆਂਸਰ। ਆਪਸ਼ਨ ਨੰਬਰ 4 ਇਜ਼ ਦਾ ਰਾਈਟ। ਕੁਐਸਚਨ ਨੰਬਰ 13 ਦੇ ਉੱਪਰ ਚੱਲਦੇ ਹਾਂ। ਕੁਐਸਚਨ ਨੰਬਰ 13 ਦੀ ਗੱਲ ਕਰੀਏ, ਫਿਰ ਤੋਂ ਇੱਕ ਪਜ਼ਲ ਟਾਈਪ ਕੁਐਸਚਨ ਹੈ ਆਪਣੇ ਕੋਲੇ ਗਿਵਨ ਹੈ, ਬਟ ਆਸਾਨ ਕੁਐਸਚਨ ਹੈ, ਇਹਨੂੰ ਬੋਲਦੇ ਆ ਡਾਇਰੈਕਸ਼ਨ ਪਜ਼ਲ, ਠੀਕ ਹੈ ਨਾ। ਕਿਉਂਕਿ ਜਦੋਂ ਆਪਣੇ ਕੋਲੇ 3-4 ਪਰਸਨ ਹੋ ਜਾਣਗੇ ਤਾਂ ਆਪਾਂ ਨੂੰ ਪਜ਼ਲ 'ਚ ਹੀ ਕਾਊਂਟ ਕਰਾਂਗੇ। ਇਹ ਡਾਇਰੈਕਸ਼ਨ ਬੇਸਡ ਦੇ ਉੱਪਰ ਪਜ਼ਲ ਆ, ਠੀਕ ਹੈ। ਡਾਇਰੈਕਸ਼ਨ ਵਿੱਚ ਆਪਾਂ ਨੂੰ ਈਸਟ ਵੈਸਟ ਬਾਰੇ ਪਤਾ ਹੋਣਾ ਚਾਹੀਦਾ ਪ੍ਰੋਪਰਲੀ। ਮੈਂ ਇੱਥੇ ਲਿਖ ਦਿੰਦਾ ਪ੍ਰੋਪਰਲੀ, ਇਹ ਨਾਰਥ ਹੈਗਾ, ਇਹ ਸਾਊਥ ਆਪਣੇ ਕੋਲੇ, ਵੈਸਟ ਆ, ਇਹ ਈਸਟ ਆ, ਠੀਕ। 4 ਡਾਇਰੈਕਸ਼ਨ ਤੁਹਾਨੂੰ ਪਤਾ ਹੋਣੀ ਚਾਹੀਦੀਆਂ। 4 person PQRS live in the same locality. The house of Q is in the east of the P. P ਤੋਂ ਈਸਟ ਹੈਗਾ, ਮਤਲਬ P ਦੇ ਅਗਰ ਮੈਂ ਈਸਟ ਦੀ ਗੱਲ ਕਰਾਂ ਤਾਂ ਈਸਟ ਇੱਧਰ ਨੂੰ ਹੋਊਗਾ ਪ੍ਰੋਪਰਲੀ ਇਸ ਡਾਇਰੈਕਸ਼ਨ ਵਿੱਚ, ਤਾਂ Q ਪਰਸਨ ਇੱਥੇ ਹੋਊਗਾ, ਠੀਕ ਹੈ। ਅਗਰ ਮੈਂ ਗੱਲ ਕਰਦਾ ਹਾਊਸ, ਬਟ ਇਨ ਦਾ ਨਾਰਥ ਆਫ R, ਜਿਹੜਾ Q ਹੈਗਾ ਉਹ R ਦੇ ਕੀ ਹੈਗਾ, R ਦੇ ਉੱਪਰ ਨਾਰਥ ਆ, ਨਾਰਥ ਮਤਲਬ ਉੱਪਰ ਨੂੰ ਜਾਣਾ, ਠੀਕ ਹੈ। ਹਾਊਸ ਜਿਹੜਾ R ਹੈਗਾ ਉਹ ਵੈਸਟ ਆਫ S ਆ, S ਦੇ ਵੈਸਟ ਦੇ ਉੱਪਰ ਆ, ਮਤਲਬ ਇਹ ਪਰਸਨ S ਇੱਧਰ ਹੋਊਗਾ, ਕਲੀਅਰ, ਤਾਂ ਹੀ ਉਹਦੇ ਵੈਸਟ ਦੇ ਉੱਪਰ ਆਊਗਾ। ਉਹਨੇ ਪੁੱਛਿਆ ਹੋਇਆ ਆਪਣੇ ਕੋਲੇ S ਦਾ ਹਾਊਸ ਦੱਸੋ ਕਿਹੜੀ ਡਾਇਰੈਕਸ਼ਨ ਹੈ ਵਿਦ ਰਿਸਪੈਕਟ ਟੂ P। ਅਗਰ ਵਿਦ ਰਿਸਪੈਕਟ ਟੂ P ਹੈ ਨਾ ਤਾਂ P ਤੋਂ S ਦੀ ਡਾਇਰੈਕਸ਼ਨ ਦੱਸਣੀ ਆਪਾਂ, ਨਾ ਕਿ S ਤੋਂ P ਦੀ, ਠੀਕ ਹੈ। ਅਗਰ ਮੈਂ P ਤੋਂ S ਦੀ ਡਾਇਰੈਕਸ਼ਨ ਦੱਸੂਗਾ ਤਾਂ P ਤੋਂ S ਦੀ ਡਾਇਰੈਕਸ਼ਨ ਇੱਧਰ ਨੂੰ, ਤਾਂ ਇਹ ਡਾਇਰੈਕਸ਼ਨ ਹੈ ਕਿਹੜੀ ਆਪਣੇ ਕੋਲੇ ਸਾਊਥ ਈਸਟ, ਤਾਂ ਸਾਊਥ ਈਸਟ ਇਜ਼ ਦਾ ਕੁਐਸਚਨ ਦਾ ਪ੍ਰੋਪਰਲੀ ਆਂਸਰ ਹੋਊਗਾ ਆਪਸ਼ਨ ਨੰਬਰ E, ਕਲੀਅਰ। ਆਈ ਹੋਪ ਸਾਰਿਆਂ ਨੂੰ ਇਹ ਕੁਐਸਚਨ ਸਮਝ ਆਇਆ। ਕੁਐਸਚਨ ਨੰਬਰ 14 ਦੇ ਉੱਪਰ ਚੱਲਦੇ ਹਾਂ। क्वेश्चन नंबर 14 के ऊपर चलते हैं। एक फिर तो पजल टाइप क्वेश्चन है। मिस नीलम लाइक टू लेट हर स्टूडेंट चूज हु देयर पार्टनर will be for study during the course. However, no pair of student may work together more than 7 classes of period. आगे लिखा हुआ अपने को अनिश एंड पॉमन। तो अनिश एंड पॉमन पूरा ना लिखो, सारे का सारा पूरा लिखेंगे तो टाइम खराब होगा। सिर्फ इसका एदा अपना फर्स्ट अल्फाबेट चक लेने हैं, ठीक है,
कि ए ਜਿਹੜਾ ਹੈਗਾ ਉਹ B ਦੇ ਨਾਲ ਪੇਅਰ ਬਣਾਊਗਾ ਕਿਹੜੀ ਕਲਾਸ 'ਚ 7 ਕਲਾਸ ਪੀਰੀਅਡ ਦੇ ਵਿੱਚ ਠੀਕ ਹੈ। ਅੱਗੇ ਲਿਖਿਆ ਹੋਇਆ C ਤੇ D ਦਾ ਪੇਅਰ ਬਣੂਗਾ। ਦੇਖੋ ਸਾਰੇ ਬੱਚੇ ਇਹਨੂੰ ਆਪਣੇ ਆਪ ਹੀ ਪੜੋਗੇ ਤਾਂ ਥੋੜਾ ਜ਼ਿਆਦਾ ਸਮਝ ਆਊਗਾ। C ਤੇ D ਦਾ ਆਪਸ 'ਚ ਪੇਅਰ ਬਣਿਆ ਹੋਇਆ। ਅਗਰ ਮੈਂ ਗੱਲ ਕਰਾਂ ਕੈਥੀ ਡਜ਼ ਨਾਟ ਵਾਂਟ ਟੂ ਵਰਕ ਵਿਦ ਅਨੀਸ਼। ਕੈਥੀ ਜਿਹੜੀ ਹੈਗੀ ਆ ਉਹ ਅਨੀਸ਼ ਦੇ ਨਾਲ ਇੱਥੋਂ ਕੰਮ ਨਹੀਂ ਕਰਨਾ ਚਾਹੁੰਦੀ ਠੀਕ ਹੈ, ਉਹਦੇ ਨਾਲ ਵਰਕ ਨਹੀਂ ਕਰਨਾ ਚਾਹੁੰਦੀ। ਤਾਂ ਬੌਮਨ ਕਿਹਨੂੰ ਅਸਾਈਨ ਕਰੂਗਾ? ਸਿੰਪਲ ਜੀ ਕਹਾਣੀ ਆ। ਬੌਮਨ ਵਾਸਤੇ ਆਪਸ਼ਨ ਕੀ ਹੈ? ਬੌਮਨ ਜਾਂ ਤਾਂ A ਨੂੰ ਅਸਾਈਨ ਕਰੂਗਾ, ਜਾਂ ਤਾਂ ਬੌਮਨ ਇੱਥੇ C ਨੂੰ ਅਸਾਈਨ ਕਰੂਗਾ, ਜਾਂ ਤਾਂ ਬੌਮਨ D ਨੂੰ ਅਸਾਈਨ ਕਰੂਗਾ। ਇਹਨਾਂ ਤਿੰਨਾਂ ਵਿੱਚੋਂ ਇੱਕ ਨੂੰ ਕਰੂਗਾ। ਨੀਲਮ ਨੇ ਤਾਂ ਇਸਦੇ ਸਟੂਡੈਂਟ ਸੀਗੇ, ਨੀਲਮ ਨੇ ਤਾਂ ਆਪਣੇ ਆਪ ਸਟੂਡੈਂਟ ਦੀ ਗੱਲ ਕੀਤੀ ਹੈ, ਤਾਂ ਨੀਲਮ ਤਾਂ ਪਾਰਟਿਸਿਪੇਸ਼ਨ ਤੋਂ ਬਾਹਰ ਹੋਗੀ। ਤਾਂ ਪਹਿਲਾ ਆਪਸ਼ਨ ਹੋ ਗਿਆ ਗਲਤ ਠੀਕ ਹੈ। ਅਗਰ ਮੈਂ ਗੱਲ ਕਰਾਂ ਬੌਮਨ ਦੀ ਅਨੀਸ਼ ਦੇ ਨਾਲ, ਤਾਂ ਉਹਨਾਂ ਦਾ ਪੇਅਰ ਤਾਂ ਪਹਿਲਾਂ ਹੀ ਬਣਿਆ ਹੋਇਆ, ਤਾਂ ਦੁਬਾਰਾ ਆਪਾਂ ਪੇਅਰ ਨਹੀਂ ਬਣਾ ਸਕਦੇ। ਇਹ ਵੀ ਆਪਸ਼ਨ ਐਲੀਮੀਨੇਟ, ਅਨੀਸ਼ ਵੀ ਗਿਆ ਇੱਥੋਂ ਬਾਹਰ। ਅਗਰ ਮੈਂ ਇੱਥੋਂ ਬੌਮਨ ਦੀ ਗੱਲ ਕਰਾਂ, ਬੌਮਨ ਦੀ ਗੱਲ ਕਰਵਾ ਦਿੰਦੇ ਹਾਂ D ਦੇ ਨਾਲ। ਅਗਰ ਮੈਂ ਬੌਮਨ ਦੀ ਗੱਲ ਕਰਾਂ, ਬੌਮਨ ਨੂੰ ਕਹਿਣਾ ਕਿ D ਦੇ ਨਾਲ ਪੇਅਰ ਬਣਾ ਲਓ ਠੀਕ ਹੈ। ਬੌਮਨ ਨੇ D ਦੇ ਨਾਲ ਪੇਅਰ ਬਣਾ ਲਿਆ। तो ਜਿਹੜੇ ਬਚੇ ਕਿਹੜੇ ਪਰਸਨ ਹੁਣ ਆਪਣੇ ਕੋਲੇ ਪਰਸਨ ਬਚ ਗਿਆ A ਪਰਸਨ ਔਰ C ਪਰਸਨ। ਤਾਂ ਇਹ ਆਪਸ 'ਚ ਪੇਅਰ ਬਣਾਣਗੇ। ਅਗਰ ਇਹ ਇਹਦੇ ਨਾਲ ਪੇਅਰ ਬਣਾਊਗਾ, ਇਹਦੇ ਨਾਲ ਬਣਾਊਗਾ, 4 ਹੀ ਤਾਂ ਬੰਦੇ ਨੇ ਟੋਟਲ। ਅਗਰ ਮੈਂ C ਤੇ A ਦੀ ਗੱਲ ਕਰਾਂ, ਇਹ ਆਪਸ 'ਚ ਪੇਅਰ ਨਹੀਂ ਬਣਾ ਸਕਦੇ। ਕੁਐਸਚਨ ਵਾਲਾ ਨੇ ਇਹ ਪ੍ਰੋਪਰਲੀ ਆਪਾਂ ਨੂੰ ਇਹ ਦੱਸਿਆ ਹੋਇਆ ਠੀਕ ਹੈ। ਇਹਦਾ ਮਤਲਬ A ਵੀ ਪੇਅਰ ਗਲਤ ਹੋ ਗਿਆ, ਤਾਂ D ਦੇ ਨਾਲ ਵੀ ਕੰਮ ਨਹੀਂ ਕਰ ਸਕਦਾ, A ਦੇ ਨਾਲ ਵੀ ਨਹੀਂ ਕਰ ਸਕਦਾ, N ਦੇ ਨਾਲ ਵੀ ਨਹੀਂ ਕਰ ਸਕਦਾ। ਤਾਂ ਬਚਿਆ ਕਿਹੜਾ ਆਪਸ਼ਨ ਆਪਣੇ ਕੋਲੇ C ਦੇ ਨਾਲ ਕੰਮ ਕਰੂਗਾ, ਆਪਸ਼ਨ ਨੰਬਰ D। ਅਗਰ ਮੈਂ ਗੱਲ ਕਰਾਂ ਬੌਮਨ ਦੀ, ਤਾਂ ਬੌਮਨ ਕੈਥੀ ਦੇ ਨਾਲ ਕੰਮ ਕਰੂਗਾ, ਤਾਂ ਡੋਡੋ ਜਿਹੜਾ ਹੈਗਾ ਉਹ ਅਨੀਸ਼ੇ ਦੇ ਨਾਲ ਕੰਮ ਕਰੂਗਾ। ਤਾਂ ਮਤਲਬ ਇਹ ਪੇਅਰ ਠੀਕ ਬੈਠਣਗੇ। ਤਾਂ ਕਰੈਕਟ ਆਂਸਰ ਇਹਦਾ D ਆਪਸ਼ਨ ਆਏਗਾ ਠੀਕ ਹੈ। ਕੁਐਸਚਨ ਨੰਬਰ 15 ਦੇ ਉੱਪਰ ਚੱਲਦੇ ਹਾਂ। 15 ਨੰਬਰ ਕੁਐਸਚਨ ਸਿੱਧਾ ਫਾਰਮੂਲਾ ਬੇਸ ਹੈ। ਫਾਰਮੂਲਾ ਤੁਹਾਨੂੰ ਪਤਾ ਹੋਣਾ ਚਾਹੀਦਾ। ਐਂਗਲ ਬਿਟਵੀਨ ਮਿਨਟ ਐਂਡ ਹਾਰ ਐਂਡ ਦਾ ਕਿੰਨਾ ਹੋ ਸਕਦਾ? ਇਹਦੇ ਲਈ ਇੱਕ ਫਾਰਮੂਲਾ ਹੈ, ਫੇਮਸ ਫਾਰਮੂਲਾ ਹੈ 30h ਮਾਈਨਸ 11/2 ਇੰਟੂ m। ਤਾਂ h ਦੀ ਵੈਲਿਊ ਨੂੰ ਅਗਰ ਮੈਂ ਫੋਲੋ ਕਰਾਂ, ਤਾਂ ਸਿੰਪਲ ਜੀ ਕਹਾਣੀ ਹੈ ਕਿ ਆਪਣੇ ਕੋਲੇ h ਨੰਬਰ ਆਫ ਆਰ 8 ਆਏਗਾ, ਮਾਈਨਸ 11/2 ਇੰਟੂ m ਕਿੰਨਾ ਹੋਊਗਾ ਇੱਥੇ ਆਪਣੇ ਕੋਲੇ ਮਿੰਟ। ਤਾਂ ਸਿੰਪਲੀਫਾਈ ਕਰਾਂਗੇ ਕਿੰਨਾ ਹੋ ਜਾਊਗਾ ਟੋਟਲ 240। ਇਹਨੂੰ ਆਪਾਂ ਮਾਈਨਸ ਕਰਾਂਗੇ ਤਾਂ ਇਹ ਆ ਜਾਊਗਾ 110। ਇਹਨੂੰ ਸਿੰਪਲੀਫਾਈ ਕਰਾਂਗੇ ਤਾਂ ਪਲੱਸ ਦਾ 130 ਡਿਗਰੀ ਐਂਗਲ ਆਊਗਾ। ਤਾਂ 130 ਡਿਗਰੀ ਐਂਗਲ ਆਪਣੇ ਕੋਲੇ A ਰਿਹਾ ਠੀਕ ਹੈ। A ਦਾ ਸਹੀ ਆਂਸਰ ਹੈ। ਅਗਰ ਮੈਂ ਗੱਲ ਕਰਾਂ ਤਾਂ ਮਤਲਬ ਕੀ ਹੈ? ਅਗਰ ਮੈਂ ਗੱਲ ਕਰਾਂ ਤਾਂ ਮਤਲਬ ਤਾਂ 8 ਵੀ ਕਿੱਦਾਂ ਹੋਣਗੇ? 8 ਵੀ ਇਦਾਂ ਹੋਣਗੇ, ਛੋਟੀ ਸੂਈ ਇੱਧਰ, ਬੜੀ ਸੂਈ ਇੱਧਰ ਠੀਕ ਹੈ। ਤਾਂ 8 ਵੀ ਦਾ ਐਂਗਲ ਆਪਣੇ ਕੋਲੇ 130 ਦਾ ਹੀ ਆਊਗਾ ਠੀਕ ਹੈ। ਇੱਕ ਮੈਂ ਛੋਟੀ ਜਿਹੀ ਐਗਜ਼ਾਮਪਲ ਤੁਹਾਨੂੰ ਹੋਰ ਦੇ ਕੇ ਚੱਲਦਾ। ਸਪੋਜ਼ ਮੈਂ ਇੱਥੋਂ ਕੁਐਸਚਨ ਪੁੱਛਿਆ 440 ਦਾ, 440 ਦਾ ਐਂਗਲ ਦੱਸੋ। ਤਾਂ 440 ਦਾ ਐਂਗਲ ਹੀ ਕੀ ਹੋਊਗਾ ਆਪਣੇ ਕੋਲੇ? ਇੱਥੋਂ ਛੋਟੀ ਸੂਈ ਇੱਧਰ, ਬੜੀ ਸੂਈ ਇੱਧਰ ਆ ਜੂਗੀ ਮਿੰਟ ਵਾਲੀ। ਸਿਰਫ ਯਾਦ ਰੱਖਣਾ, ਜਦੋਂ 440 ਦੇ ਉੱਪਰ ਤੁਸੀਂ ਇਹ ਫਾਰਮੂਲਾ ਲਗਾਓਗੇ, ਆਂਸਰ ਤੁਹਾਡਾ ਉੱਥੇ ਨੈਗੇਟਿਵ ਚ ਆਊਗਾ। ਨੈਗੇਟਿਵ ਤੇ ਪੋਜ਼ਿਟਿਵ ਦਾ ਚੱਕਰ ਕੀ ਹੈ? ਇੱਥੇ ਪੋਜ਼ਿਟਿਵ ਚ ਆ ਰਿਹਾ ਨਾ, ਇੱਥੇ ਨੈਗੇਟਿਵ ਚ ਆਊਗਾ ਅਗਰ ਤੁਸੀਂ 440 ਯੂਜ਼ ਕਰੋਗੇ। ਇਹਦਾ ਚੱਕਰ ਸਿੰਪਲ ਜਿਹਾ ਇਹ ਹੈਗਾ ਕਿ ਅਗਰ ਤੁਸੀਂ ਪਲੱਸ ਦੀ ਗੱਲ ਕਰੋ, ਤਾਂ ਪਲੱਸ ਦਾ ਮਤਲਬ ਇਹ ਹੋਊਗਾ ਕਿ ਆਪਣੇ ਕੋਲ ਜਿਹੜਾ ਮਿੰਟ ਹੈਗਾ, ਮਿੰਟ ਜਿਹੜਾ ਹੈਗਾ ਉਹ ਘੰਟੇ ਵਾਲੀ ਸੂਈ ਤੋਂ ਹਜੇ ਪਿੱਛੇ ਹੀ ਆ। ਇਹਦਾ ਮਤਲਬ ਕਿੱਦਾਂ? ਜੈਸੇ ਆਫਟਰਨੂਨ ਹੈ, ਆਫਟਰਨੂਨ ਤੋਂ ਮਿੰਟ ਵਾਲਾ ਅੱਗੇ ਚੱਲਣਾ ਸ਼ੁਰੂ ਹੋਇਆ, ਅੱਗੇ ਚੱਲਦਾ ਗਿਆ ਹਲੇ ਮਿੰਟ ਵਾਲੇ ਘੰਟੇ ਵਾਲੇ ਤੋਂ ਟੋਟਲ ਪਿੱਛੇ ਹੀ ਹੈ ਹਜੇ। ਅਗਰ ਮੈਂ ਇਹਦੀ ਗੱਲ ਕਰਾਂ ਨੈਗੇਟਿਵ ਦੀ, ਤਾਂ ਨੈਗੇਟਿਵ ਦੀ ਆਏਗਾ ਕਿ ਜਿਹੜਾ ਆਪਣੇ ਕੋਲੇ ਘੰਟੇ ਵਾਲੀ ਸੂਈ ਆ, ਮਿੰਟ ਵਾਲਾ ਇੱਥੋਂ ਚੱਲਦਾ ਇਸ ਤੋਂ ਅੱਗੇ ਆ ਚੁੱਕਿਆ, ਇਹਨੂੰ ਕ੍ਰਾਸ ਕਰ ਚੁੱਕਿਆ। ਜਬ ਕ੍ਰਾਸ ਕਰੂਗਾ ਤਾਂ ਹਮੇਸ਼ਾ ਨੈਗੇਟਿਵ ਆਊਗਾ ਠੀਕ ਹੈ। ਬਟ ਆंसर ਆਪਣਾ वही ਰਹੂਗਾ। ਮੰਨ ਲਓ ਮੈਂ ਇਹ ਫਾਰਮੂਲੇ ਲਗਾ ਲੈਣਾ, ਮੰਨ ਲੈਨੇ ਇੱਥੇ ਆਪਣੇ ਕੋਲੇ -60 ਆ ਗਿਆ, ਤਾਂ ਇਹਦਾ ਮਤਲਬ ਇਹ ਨਹੀਂ ਕਿ ਇਹਦਾ ਆंसर ਕੁਝ ਹੋਰ ਰਹੂਗਾ। ਆंसर ਆਪਣੇ ਕੋਲੇ 60 ਹੀ ਹੋਊਗਾ, ਬਟ ਮਾਈਨਸ ਇੱਕ ਜਸਟ ਰਿਪਰੈਜ਼ੈਂਟੇਸ਼ਨ ਹੈ ਕਿ ਮਿੰਟ ਵਾਲਾ ਘੰਟੇ ਵਾਲੇ ਨੂੰ ਕ੍ਰਾਸ ਕਰਕੇ ਅੱਗੇ ਜਾ ਚੁੱਕਿਆ। ਕੁਐਸਚਨ ਨੰਬਰ 16 ਦੇ ਉੱਪਰ ਚੱਲਦੇ ਹਾਂ। 16 ਨੰਬਰ ਕੋਡਿੰਗ ਡੀਕੋਡਿੰਗ ਦੇ ਉੱਪਰ ਆ। ਤੁਹਾਨੂੰ ਕੋਡਿੰਗ ਡੀਕੋਡਿੰਗ ਮੈਂ ਦੱਸਿਆ ਹੈ ਕਿ ਥੋੜੇ ਬਹੁਤ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਅਗਰ ਨਹੀਂ ਵੀ ਪਤਾ ਤਾਂ ਇਹ ਕੁਐਸਚਨ ਬਿਨਾ ਕੋਡਿੰਗ ਡੀਕੋਡਿੰਗ ਤੋਂ ਹੋ ਸਕਦਾ ਹੈ ਠੀਕ ਹੈ। 6 ਡਿਜਿਟ ਆਪਣੇ ਕੋਲੇ ਨੰਬਰ ਇਹ ਰਹੇ, ਇਹਨਾਂ ਨੂੰ ਰਿਵਰਸ ਕਰ ਦੇਣਾ। ਰਿਵਰਸ ਕਰਾਂਗੇ ਤਾਂ ਇਹ ਹੋ ਜਾਊਗਾ F, ਅੱਗੇ ਹੋ ਜਾਊਗਾ E, ਫਿਰ ਆਏਗਾ D, ਫਿਰ ਆਏਗਾ C, ਫਿਰ ਆਏਗਾ B, ਫਿਰ ਆਏਗਾ A। ਅਗਰ ਮੈਂ ਦੋਨਾਂ ਨੂੰ ਐਡ ਕਰ ਦਵਾਂ, ਦੋਨਾਂ ਨੂੰ ਐਡ ਕਰਾਂਗੇ ਆਊਗਾ 4, ਇਹ ਹੋ ਜਾਊਗਾ 8, ਇਹ ਹੋ ਜਾਊਗਾ X, ਇਹ ਹੋ ਜਾਊਗਾ 3 ਔਰ ਇਹ 7 ਔਰ ਇਹ 4 ਠੀਕ ਹੈ। ਸਾਰੇ ਬੱਚੇ ਜਲਦੀ ਨਾਲ ਪੜ੍ਹ ਲਓ। ਅਗਰ ਮੈਂ ਇਹਨੂੰ ਰਿਵਰਸ ਕਰਦਾ, ਇਹ ਹੋ ਜਾਊਗਾ, ਦੋਨਾਂ ਨੂੰ ਐਡ ਕਰਾਂਗੇ ਤਾਂ ਆਪਣੇ ਕੋਲੇ ਇਹ ਨੰਬਰ ਆਣਾ ਚਾਹੀਦਾ। ਤਾਂ ਦੱਸੋ X ਦੀ ਵੈਲਿਊ ਕੀ ਹੋ ਸਕਦੀ ਆ? X ਆਪਣੇ ਕੋਲੇ ਡਿਜਿਟ ਆ, ਬਟ not necessary distinct form of ABCD। ABCD ਦਾ ਡਿਸਟਿੰਕਟ ਫਾਰਮੈਟ ਦਾ ਮਤਲਬ ਹੈ ਕਿ A ਨੰਬਰ 1 ਹੁੰਦਾ, B 2 ਹੁੰਦਾ, C 3 ਹੁੰਦਾ। ਐਦਾਂ ਕਰਾਂਗੇ ਤਾਂ X 24 ਨੰਬਰ ਹੁੰਦਾ, ਬਟ X 24 ਨਹੀਂ ਹੈਗਾ, X ਕੋਈ ਹੋਰ ਨੰਬਰ ਹੋਊਗਾ ਠੀਕ ਹੈ। ਲਿਖਿਆ ਹੋਇਆ not necessary in the same order ਠੀਕ ਹੈ। ਤਾਂ ਐਦਾਂ ਦੀ ਕੰਡੀਸ਼ਨ ਵਿੱਚ ਕੀ ਕਰਨਾ ਹੋਗਾ? ਸਿੰਪਲੀ ਆਪ ਸਾਰੇ ਬੱਚਿਆਂ ਨੂੰ ਇੰਨਾ ਪੋਰਸ਼ਨ ਥੋੜਾ ਸਾ ਧਿਆਨ ਰੱਖਣਾ ਪੈਣਾ ਕਿ ਆਪ ਸਾਰੇ ਕੇ ਸਾਰੇ ਫਾਰਮੈਟ ਨੂੰ ਐਡ ਕਰੋ ਇੱਕ ਵੈਲਿਊ ਨੂੰ ਅਸਿਊਮ ਕਰਦੇ ਹੋਏ। ਜਿਵੇਂ ਮੈਂ ਗੱਲ ਕਰਾਂ A ਤੇ F ਨੂੰ ਅਗਰ ਮੈਂ ਐਡ ਕਰੂੰਗਾ, ਤਾਂ ਇਹਨਾਂ ਨੂੰ ਐਡ ਕਰਨ ਤੋਂ ਬਾਅਦ ਮੇਰੇ ਕੋਲੇ 4 ਆਣਾ ਚਾਹੀਦਾ।
ਜਾਂ ਤਾਂ a ਨੂੰ 1 ਰੱਖਾਂ, ਇਹਨੂੰ 3 ਰੱਖਾਂ, ਜਾਂ ਤਾਂ a ਨੂੰ 2 ਰੱਖਾਂ, f ਨੂੰ ਵੀ 2 ਰੱਖਾਂ, ਜਾਂ ਤਾਂ a ਨੂੰ 0 ਰੱਖਾਂ, f ਨੂੰ 4 ਰੱਖਾਂ, ਤਾਂ ਹੀ 4 ਆ ਸਕਦਾ। ਹੋਰ ਵੀ ਕੰਡੀਸ਼ਨਸ ਹੈਗੀਆਂ ਨੇ ਆਪਣੇ ਕੋਲੇ ਜੋ ਵੀ ਤੁਹਾਡੇ ਦਿਮਾਗ ਵਿੱਚ ਆ ਸਕਦੀਆਂ ਨੇ, ਲਾਈਕ ਮੈਂ ਇਹਨੂੰ 9 ਰੱਖਾਂ ਤਾਂ ਇਹਨੂੰ 5 ਰੱਖਾਂ ਤਾਂ 14 ਹੋ ਗਿਆ। 14 ਦਾ ਯੂਨਿਟ ਡਿਜਿਟ ਵੀ ਤਾਂ 4 ਹੀ ਹੋਊਗਾ। ਤੁਸੀਂ ਏਦਾਂ ਸੋਚ ਸਕਦੇ ਹੋ, ਠੀਕ ਹੈ। ਹਲੇ ਲਈ ਮੈਂ ਸਿਰਫ ਇਹ ਕਹਿ ਸਕਦਾ ਕਿ ਆਪਾਂ ਇਹਨਾਂ ਨੂੰ ਐਡ ਕਰਾਂਗੇ, ਕਿਉਂ ਆਪਣੇ ਕੋਲੇ ਇਹਦਾ ਜਿਹੜਾ ਕੈਰੀ ਔਨ ਹੈਗਾ, ਕੈਰੀ ਕਿਉਂ ਨਹੀਂ ਆਪਾਂ ਲੈਣਾ, ਕਿਉਂਕਿ ਇੱਥੇ ਵੀ 4 ਲਿਖਿਆ ਹੋਇਆ, ਇੱਥੇ ਵੀ 4 ਆ, ਤਾਂ ਕੈਰੀ ਦਾ ਚੱਕਰ ਹੁੰਦਾ ਤਾਂ ਇੱਥੇ ਕੋਈ ਨੰਬਰ ਹੋਰ ਆਉਂਦਾ, ਤਾਂ ਇਹਦਾ ਮਤਲਬ ਇਹ ਕਲੀਅਰ ਹੈ ਕਿ ਇੱਥੇ ਕੈਰੀ ਵਾਲਾ ਸਿਸਟਮ ਨਹੀਂ ਹੈ, ਇਹਨਾਂ ਤਿੰਨਾਂ ਵਿੱਚੋਂ ਕੋਈ ਨੰਬਰ ਹੋਊਗਾ। ਦੋ ਆਪਾਂ ਇਸ ਲਈ ਨਹੀਂ ਲੈ ਸਕਦੇ ਕਿਉਂਕਿ a ਤੇ f ਅਲੱਗ-ਅਲੱਗ ਨੇ, ਤਾਂ ਆਪਾਂ ਇਹਨਾਂ ਨੂੰ ਸੇਮ ਨਹੀਂ ਲੈ ਸਕਦੇ। 0 ਤੇ 4 ਨਹੀਂ ਲੈ ਸਕਦੇ ਕਿਉਂਕਿ ਕਿਸੇ ਨੰਬਰ ਦੀ ਵੈਲਿਊ ਇੱਥੇ 0 ਹੋਣੀ ਆ, 0 ਆਪਾਂ ਉਹ ਨਹੀਂ ਲੈ ਸਕਦੇ, ਤਾਂ ਆਪਣੇ ਕੋਲੇ 1 ਐਂਡ 3 ਹੋਊਗਾ। ਤਾਂ 1 ਐਂਡ 3 ਹੋਊਗਾ ਤਾਂ a ਨੂੰ ਆਪਾਂ 1 ਰੱਖਾਂਗੇ, f ਨੂੰ ਆਪਾਂ ਇੱਥੇ ਰੱਖਾਂਗੇ ਟੋਟਲ 3। ਲੈ ਜੀ ਇਹਨੂੰ ਉਧਰ ਹੀ ਲੈ ਜਾਓ। ਅਗਰ ਇਹ 1 ਹੋ ਗਿਆ, 3 ਹੋ ਗਿਆ ਤਾਂ ਇਹ ਕਲੀਅਰ ਹੋ ਗਿਆ ਕਿ ਆਪਣੀ ਇਹ ਵੈਲਿਊ ਫਿਕਸ ਨੇ, ਠੀਕ ਹੈ। ਤੁਸੀਂ ਲਾਸਟ ਵਿੱਚ ਵੀ ਡਾਇਰੈਕਟ ਲਿਖ ਸਕਦੇ ਹੋ ਕਿ ਇਹ 1 ਹੋਗਾ, ਇਹ 3 ਹੋਗਾ ਤੇ 4 ਆਪਣੇ ਕੋਲੇ ਕਨਫਰਮ ਹੋ ਗਏ। ਫਿਰ ਆਪਣੇ ਕੋਲੇ ਡਾਟਾ ਆ ਗਿਆ E ਤੇ B ਦਾ। ਤੁਸੀਂ ਆਪਣੇ ਮਾਈਂਡ 'ਚ ਕੋਈ ਹੋਰ ਨੰਬਰ ਸੋਚ ਲਓ। ਆਪਾਂ B ਨੂੰ ਸਿਰਫ 3 ਨਹੀਂ ਲਿਖ ਸਕਦੇ ਕਿਉਂਕਿ F ਆਪਾਂ 3 ਆਲਰੇਡੀ ਦੇ ਚੁੱਕੇ ਹਾਂ, ਤਾਂ ਆਪਾਂ ਇਹਨੂੰ 2 ਨੰਬਰ ਲਿਖ ਲੈਂਦੇ ਹਾਂ। B ਨੂੰ ਅਗਰ ਤੁਸੀਂ 2 ਨੰਬਰ ਰੱਖੋਗੇ ਤਾਂ E ਆਪਣੇ ਕੋਲੇ 5 ਨੰਬਰ ਆਊਗਾ। 5 ਐਂਡ 2 ਕਿਤਨਾ ਹੋ ਜਾਊਗਾ ਆਪਣੇ ਕੋਲੇ 7, ਇਹ ਵੀ ਠੀਕ ਹੈ। ਫਿਰ ਆਪਾਂ C ਨੂੰ ਆਪਾਂ 3 ਨਹੀਂ ਲਿਖ ਸਕਦੇ ਕਿਉਂਕਿ F ਨੂੰ 3 ਦਿੱਤਾ ਹੋਇਆ। C ਨੂੰ ਆਪਾਂ 2 ਨਹੀਂ ਲਿਖ ਸਕਦੇ, B ਨੂੰ ਦਿੱਤਾ ਹੋਇਆ, ਤਾਂ C ਨੂੰ ਆਪਾਂ ਇੱਥੇ ਆਪਣੀ ਮਰਜ਼ੀ ਨਾਲ 4 ਨੰਬਰ ਲਿਖ ਸਕਦੇ ਹਾਂ। ਕੋਈ ਹੋਰ ਨੰਬਰ ਦੇਣਾ ਚਾਹੁੰਦਾ ਕੋਈ ਸਟੂਡੈਂਟ ਉਹ ਵੀ ਦੇ ਸਕਦਾ ਹੋਵੇ, ਠੀਕ ਹੈ। C ਨੂੰ ਅਗਰ 4 ਰੱਖਾਂਗੇ, ਆਪ ਸਾਰੇ ਬੱਚੇ ਇੱਕ ਚੀਜ਼ ਨੂੰ ਕੰਡੀਸ਼ਨ ਵਾਈਜ਼ ਸਮਝ ਕੇ ਚਲੋ, C ਔਰ D ਨੂੰ ਐਡ ਕਰਨਾ ਤਾਂ ਆਪਣੇ ਕੋਲੇ 3 ਆਣਾ ਚਾਹੀਦਾ। ਅਗਰ C ਨੰਬਰ ਹੀ 4 ਆ ਆਪਣੇ ਕੋਲੇ, ਤਾਂ C ਵਿੱਚ ਆਪਾਂ ਕੋਈ ਐਦਾਂ ਦਾ ਨੰਬਰ ਐਡ ਕਰੀਏ ਕਿ ਆਪਣੇ ਕੋਲੇ ਟੋਟਲ 13 ਜਾਂ 23 ਆ ਜੇ, 23, ਕਿਉਂਕਿ ਅਗਰ ਸਿੱਧੀ ਜੀ ਗੱਲ ਆ ਕਿ ਆਪਾਂ 3 ਨੂੰ ਚੈੱਕ ਕਰਨਾ ਤਾਂ ਇੱਥੇ 13 ਵੀ ਤਾਂ ਹੋ ਸਕਦਾ। ਹੁਣ 4 ਆ, 4 ਦੇ ਵਿੱਚ ਆਪਾਂ ਕੁਝ ਐਡ ਕਰਾਂਗੇ, 3 ਥੋੜਾ ਹੋਊਗਾ, ਤਾਂ 13 ਬਣ ਸਕਦਾ। ਤਾਂ 13 ਬਣਾਉਣ ਦੀ ਆਪਾਂ ਨੂੰ D ਨੂੰ 9 ਫਿਲ ਕਰਨਾ ਪੈਣਾ, ਇਹ ਆਪਣੇ ਕੋਲੇ ਆਊਗਾ 9, ਤਾਂ ਆਪਣੇ ਕੋਲੇ ਕਿੰਨਾ ਹੋ ਜਾਊਗਾ 13, ਤੇ ਇਹਦਾ 1 ਜਾਊਗਾ ਆਪਣੇ ਕੋਲੇ ਕੈਰੀ, 1 ਜਾਊਗਾ ਇਹਦੇ ਕੋਲੇ ਆਪਣੇ ਕੋਲ ਕੈਰੀ। ਔਰ C ਦੀ ਵੈਲਿਊ ਆਪਾਂ ਕਿੰਨੀ ਫਿਲ ਕੀਤੀ ਹੈ ਹੁਣੀ ਕੁਐਸਚਨ 'ਚ 4, ਔਰ D ਦੀ ਵੈਲਿਊ ਆਪਾਂ ਕਿੰਨੀ ਫਿਲ ਕੀਤੀ ਹੈ ਹੁਣੀ ਕੁਐਸਚਨ 'ਚ 9, 9 ਤੇ 4 13, 13 ਇੱਕ ਕੈਰੀ ਗਿਆ ਸੀ 14, तो अपने को 14 आऊगा, 4 और 1 ऊपर चला जाऊगा फिर तो कैरी। फिर B अपने को कितना सीगा 2, E कितना सीगा 5, हुणी क्वेश्चन फिल किया तो इन्हों ऐड करके कितना आऊगा 8 आ जाऊगा। तो X की वैल्यू कितनी आ रही है मेरे को 4, बिल्कुल सही आंसर है ऑप्शन नंबर डी इज ए राइट। आई होप सारे अज का सैशन वधिया लग्या होगा, समझ आया होगा। जल्दी मिलेंगे नैक्सट सैशन के अंदर, नैक्सट क्लास के अंदर। तो वीडियो को लाइक करो, शेयर करो। जल्दी इसका मैथ का पार्ट भी आप एनालिसिस हुणी थोड़े टाइम तक सॉल्व करके अपलोड कर देंगे, ठीक है। मिलते हैं जल्दी नेक्स्ट सेशन के अंदर। बाय बाय, टेक केयर एंड थैंक यू एवरीवन।